ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV NRI ਵਰਲਡ ਦੇ ਵਿੱਚ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ। ਕੁਝ ਦਿਨ ਹੋ ਗਏ ਅਮਰੀਕਾ ਬੜੇ ਚੱਕਰ 'ਚ ਪਿਆ ਹੋਇਆ ਕਿ ਸਾਥ ਕਿਹਦਾ ਦਿੱਤਾ ਜਾਵੇ, ਭਾਰਤ ਦਾ ਦਿੱਤਾ ਜਾਵੇ ਕਿ ਕੈਨੇਡਾ ਦਾ ਦਿੱਤਾ ਜਾਵੇ। ਕੈਨੇਡਾ ਨੇ ਦੋਸ਼ ਲਾਇਆ ਹੈ ਭਾਰਤ ਦੇ ਉੱਤੇ ਇੱਕ ਹੱਤਿਆ ਦੇ ਮਾਮਲੇ ਦੇ ਵਿੱਚ। ਅਮਰੀਕਾ ਵਿੱਚ ਪਿਆ ਹੋਇਆ, ਤੁਸੀਂ ਕਹਿ ਸਕਦੇ ਹੋ ਵਿੱਚ ਫਸਿਆ ਹੋਇਆ। ਇੱਧਰ ਟਰੂਡੋ ਨੇ, ਇੱਧਰ ਮੋਦੀ ਨੇ ਔਰ ਵਿੱਚ ਬਾਈਡਨ ਨੇ। ਹੁਣ ਕਰੀਏ ਤੇ ਕੀ ਕਰੀਏ। ਫਰੈਸ਼ ਜੋ ਸਟੇਟਮੈਂਟਸ ਆ ਰਹੀਆਂ ਨੇ ਉਹਦੇ ਵਿੱਚ ਅਮਰੀਕਾ ਵੱਲੋਂ ਵੀ ਇਹ ਸਟੇਟਮੈਂਟ ਹੈ ਕਿ ਅਸੀਂ ਜੇ ਚੁਣਨਾ ਪਿਆ ਤਾਂ ਭਾਰਤ ਦੇ ਨਾਲ ਖੜੇ ਹਾਂ, ਜੇ ਚੁਣਨਾ ਪਿਆ। ਔਰ ਨਾਲ ਐਂਟਨੀ ਬਲਿੰਕਨ ਇਹ ਵੀ ਕਹਿ ਰਹੇ ਨੇ ਕਿ ਅਸੀਂ ਕੈਨੇਡਾ ਦੀ ਵੀ ਸਾਰੀ ਹੈਸੀਅਤ ਇਸ ਕੇਸ ਦੇ ਵਿੱਚ ਕੀ ਬਣਦੀ ਹੈ ਉਹ ਵੀ ਦੇਖਦੇ ਪਏ ਹਾਂ। ਸੋ ਟੋਟਲ ਕਿਓਸ ਹੈ ਕਿ ਇਸ ਵਕਤ ਇਹ ਮਾਮਲਾ ਕਿੱਧਰ ਜਾ ਰਿਹਾ ਹੈ। ਥੋੜ੍ਹੇ ਦਿਨ ਹੋਏ G20 ਔਰ ਸਾਰੇ ਦੇਸ਼ ਮਿਲਦੇ ਨੇ, ਸਾਰੇ ਲੀਡਰਸ ਆਉਂਦੇ ਨੇ, ਬੜੀਆਂ ਜੱਫੀਆਂ, ਬੜੇ ਪਿਆਰ, ਬੜੇ ਭੋਜਨ ਇਕੱਠੇ ਔਰ ਸੈਲਫੀਆਂ ਲਿੱਤੀਆਂ ਜਾਂਦੀਆਂ ਨੇ। ਬੜੇ ਨੱਚਣ ਗਾਣ ਦੇ ਮੌਕੇ ਅਸੀਂ ਦੇਖਦੇ ਹਾਂ ਔਰ ਖੂਬ ਇੰਜੋਇਮੈਂਟ ਹੁੰਦੀ ਹੈ। ਔਰ ਅਸੀਂ ਇਸ ਗੱਲ ਦੇ ਉੱਤੇ ਬੜੇ ਤਸੱਲੀ ਨਾਲ ਸੋਚਦੇ ਹਾਂ ਕਿ ਹੁਣ ਦੁਨੀਆ ਦੇ ਅੰਦਰ ਕੋਈ ਖਾਸ ਤਬਦੀਲੀ ਆਉਣ ਵਾਲੀ ਹੈ। ਔਰ G20 ਦੇ ਵਿੱਚ ਇੱਕ ਵੱਡੀ ਤਬਦੀਲੀ ਅਸੀਂ ਦੇਖੀ ਵੀ ਕਿ ਜੋ ਸਾਊਥ ਅਫਰੀਕਾ ਦੇ ਨੇਸ਼ਨਸ ਵੀ ਵਿੱਚ ਸ਼ਾਮਿਲ ਹੋਏ ਨੇ। ਹੁਣ G20 ਤੋਂ G21 ਬਣ ਗਿਆ ਔਰ ਅਮਰੀਕਾ ਦੇ ਸਮਰਥਨ ਦੇ ਨਾਲ ਇੰਡੀਆ ਗਲੋਬਲ ਸਾਊਥ ਦਾ ਲੀਡਰ ਬਣ ਗਿਆ। ਦੋ ਮਹਾਸ਼ਕਤੀਆਂ ਰਸ਼ੀਆ ਤੇ ਚਾਈਨਾ ਦੂਰ ਰਹੇ ਔਰ ਅਮਰੀਕਾ ਨੇ ਇਸ ਪਲੇਟਫਾਰਮ ਨੂੰ ਬਾਖੂਬੀ ਆਪਣੇ ਵੱਲ ਮੋੜਨ ਦੀ ਪੂਰੀ ਕੋਸ਼ਿਸ਼ ਕੀਤੀ ਔਰ ਉਹਦੇ ਵਿੱਚ ਕਾਮਯਾਬੀ ਵੀ ਮਿਲੀ। ਪਰ ਹੁਣ ਇਹ ਸਭ ਕੁਝ ਦੇਖਣ ਤੋਂ ਬਾਅਦ ਅਸੀਂ ਦੇਖਦੇ ਹਾਂ ਇਹ ਨਵਾਂ ਕੀ ਸਾਰਾ ਸੀਨ ਕ੍ਰੀਏਟ ਹੋ ਰਿਹਾ ਹੈ ਕੈਨੇਡਾ ਦੀ ਧਰਤੀ ਦੇ ਉੱਤੇ ਵੀ ਔਰ ਭਾਰਤ ਦੀ ਧਰਤੀ ਦੇ ਉੱਤੇ ਵੀ। ਇਹ ਮਾਮਲਾ ਕੀ ਹੈ? ਇੱਕ ਤਾਂ ਇਹ ਹੈ ਕਿ ਜੋ ਸਾਨੂੰ ਵਿਖਾਈ ਦੇ ਰਿਹਾ ਹੈ ਕਿ ਇੱਕ ਹੱਤਿਆ ਹੋਈ ਔਰ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਜਸਟਿਨ ਟਰੂਡੋ ਪ੍ਰਾਈਮ ਮਿਨਿਸਟਰ ਇੱਕ ਸਟੇਟਮੈਂਟ ਦਿੰਦੇ ਨੇ। ਫਿਰ ਇੱਧਰ ਇੰਡੀਆ ਵੱਲੋਂ ਵੀ ਸਟੇਟਮੈਂਟ ਜਾਰੀ ਕੀਤੀ ਜਾਂਦੀ ਹੈ। ਦੋਵੇਂ ਦੇਸ਼ਾਂ ਦੇ ਡਿਪਲੋਮੈਟਸ ਨੂੰ ਘਰੋਂ ਘਰੀ ਭੇਜ ਦਿੱਤਾ ਗਿਆ। ਵੀਜ਼ਾ ਦੇ ਉੱਤੇ ਇੱਕ ਬੈਨ ਲੱਗਾ ਹੋਇਆ। ਸਟੂਡੈਂਟਸ ਆਪਣੀ ਜਗ੍ਹਾ ਪਰੇਸ਼ਾਨ ਨੇ ਔਰ ਜੋ ਜਾਂਦੇ ਨੇ ਵਿਜ਼ਿਟਰ ਵੀਜ਼ਾਸ 'ਤੇ ਉਹ ਵੀ ਪਰੇਸ਼ਾਨ ਨੇ। ਜੋ ਕੰਮ ਕਰਨ ਵਾਸਤੇ ਜਾਂਦੇ ਨੇ ਉਹ ਵੀ ਪਰੇਸ਼ਾਨ ਨੇ। ਯਾਨੀ ਕਿ ਪਰੇਸ਼ਾਨੀਆਂ ਦਾ ਮਾਹੌਲ ਬਣਿਆ ਹੋਇਆ। ਸੋ ਇੱਕ ਚੀਜ਼ ਸਾਨੂੰ ਦਿਖਾਈ ਦੇ ਰਹੀ ਹੈ ਕਿ ਸਾਡੇ ਸਾਹਮਣੇ ਕੀ ਹੈ, ਪਰ ਇੱਕ ਚੀਜ਼ ਹੈ ਕਿ ਜੋ ਪਿੱਛੇ ਲੁਕਿਆ ਹੋਇਆ ਸੱਚ ਹੈ ਉਹ ਸੱਚ ਕੀ ਹੈ। ਸਾਹਮਣੇ ਤਾਂ ਸਭ ਕੁਝ ਦਿਖਾਈ ਦੇ ਰਿਹਾ ਕੀ ਘਟਨਾਵਾਂ ਹੋ ਰਹੀਆਂ ਨੇ, ਪਰ ਪਿੱਛੇ ਕੀ ਲੁਕਿਆ ਹੋਇਆ ਹੈ ਉਹਦੇ ਬਾਰੇ ਗੱਲਬਾਤ ਕਰਾਂਗੇ। ਮੇਰੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਪ੍ਰੋਫੈਸਰ ਆਸ਼ਿਮਾ ਸਾਹਨੀ, ਡਿਪਾਰਟਮੈਂਟ ਆਫ ਪੋਲੀਟੀਕਲ ਸਾਇੰਸ, ਔਰ ਜਿਨ੍ਹਾਂ ਦੀ ਐਕਸਪਰਟੀਜ਼ ਹੈ ਇੰਟਰਨੈਸ਼ਨਲ ਪੋਲਿਟਿਕਸ ਐਂਡ ਇੰਡੀਅਨ ਪੋਲਿਟੀ, KMV ਕਾਲਜ ਜਲੰਧਰ ਤੋਂ। ਵੈਲਕਮ ਟੂ NRI ਵਰਲਡ ਮੈਮ। ਥੈਂਕ ਯੂ ਜੀ। ਸੋ ਮੈਂ ਇੱਕ ਲੰਬੀ ਚੌੜੀ ਭੂਮਿਕਾ ਤੇ ਬੰਨ੍ਹ ਦਿੱਤੀ ਕਿਉਂਕਿ ਭੂਮਿਕਾ ਹੀ ਰਹਿ ਗਈ ਸਾਡੇ ਕੋਲ, ਅਸਲੀਅਤ ਤੇ ਪਤਾ ਹੀ ਨਹੀਂ ਕੀ ਹੈਗੀ ਹੈ। ਅਸਲੀਅਤ ਦੇ ਵਿੱਚ ਤੇ ਸਾਰੀ ਦੁਨੀਆ ਲੱਗੀ ਹੋਈ ਹੈ ਖੋਜ ਕਰਨ ਵਿੱਚ, ਕੌਣ ਹੈ ਇਹਦੇ ਪਿੱਛੇ, ਕੀ ਇਹ ਸਾਰਾ ਘਟਨਾਕ੍ਰਮ ਬਣਦਾ ਪਿਆ ਪੂਰੀ ਦੁਨੀਆ ਦੇ ਵਿੱਚ, ਇਹ ਕੀ ਹੋ ਰਿਹਾ ਹੈ। ਵੈਸਟ ਬਣ ਰਿਹਾ ਹੈ, ਈਸਟ ਬਣ ਰਿਹਾ ਹੈ, ਤੇ ਅਸੀਂ ਤੇ ਗੱਲ ਕਰਦੇ ਹਾਂ ਵਨ ਅਰਥ, ਵਨ ਫੈਮਿਲੀ, ਵਨ ਫਿਊਚਰ। ਸੋ ਇਹ ਕੀ ਘਟਨਾਕ੍ਰਮ, ਇਹ ਹੋਇਆ ਕੀ ਹੈ? ਇਹ ਉਹਦਾ ਟੈਸਟ ਹੋ ਰਿਹਾ ਜੀ, ਵਾਸੁਦੇਵ ਕੁਟੁੰਬਕਮ। ਉਹਦਾ ਹੁਣ ਟੈਸਟ ਹੋ ਰਿਹਾ ਅਸਲੀ ਵਿੱਚ ਕਿ ਜੇ ਅਸੀਂ ਵਾਕਈ ਵਨ ਅਰਥ ਹਾਂ, ਵਨ ਫੈਮਿਲੀ ਹੈ, ਤੇ ਫਿਰ ਸਾਡੇ ਲਈ ਹੋਰ ਲਰਨ ਕਰਨ ਲਈ ਕੀ ਕੁਛ ਹੈ, ਕੀ ਕੁਛ ਸਾਨੂੰ ਆਪਸ 'ਚ ਐਡਜਸਟਮੈਂਟ ਕਰਨੀਆਂ ਪੈਣਗੀਆਂ। ਕੁਛ ਲੋਕ ਇਹ ਵੀ ਕਹਿੰਦੇ G20 ਨੂੰ ਨਜ਼ਰ ਲੱਗ ਗਈ ਜੀ, ਪਰ ਉਹ ਇੱਕ ਚਲੋ ਇੱਕ ਇਟਸ ਇੱਕ ਮਜ਼ਾਕ ਵਾਲੀ ਗੱਲ ਹੈ। ਲੇਕਿਨ ਅਦਰਵਾਈਜ਼ ਇਸ ਸਮੇਂ ਦੁਨੀਆ 'ਚ ਬਹੁਤ ਹੀ ਟੈਂਸਡ ਮਾਹੌਲ ਹੈ। ਇੰਨਾ ਕੁ ਟੈਂਸਡ ਹੈ ਕਿ ਐਵਰੀਬਡੀ ਇਜ਼ ਵਰਿਡ। ਮਤਲਬ ਇਹ ਪੰਜਾਬ 'ਚ ਖਾਸ ਕਰ ਬਹੁਤ ਜ਼ਿਆਦਾ ਟੈਨਸ਼ਨ ਹੈ, ਕੈਨੇਡਾ 'ਚ ਵੀ ਹੈ। ਹੁਣ ਮੇਰੀ ਆਪਣੀ ਖੁਦ ਦੀ ਬੇਟੀ ਕੈਨੇਡਾ 'ਚ ਹੈ। ਸ਼ੀ ਇਜ਼ ਅ ਸਟੂਡੈਂਟ ਓਵਰ ਦੇਅਰ। ਸੋ ਆਈ ਕੈਨ ਫੀਲ the pain of Indian Punjabis, Indian diaspora. I can feel that pain, but being a student of political science, I can also ਮੈਂ ਜਿਹੜੇ ਇੱਕ ਪੋਲੀਟਿਕਸ ਦਾ ਜਿਹੜਾ ਇੱਕ ਪੱਖ ਚੱਲਦਾ ਉਹਦੇ ਨਾਲ ਵੀ ਮੈਂ ਰੂਬਰੂ ਹਾਂ। ਹੁਣ ਹੋ ਇਹ ਰਿਹਾ
ਕਿ ਸੱਚਾਈ ਨੂੰ ਬਹੁਤ ਚੀਜ਼ਾਂ ਦਾ ਮੁਕਾਬਲਾ ਕਰਨਾ ਪੈ ਰਿਹਾ। ਤੁਸੀਂ ਹੁਣੀ ਕਿਹਾ ਕਿ ਸੱਚ ਕੀ ਹੈ। ਸੱਚਾਈ ਨੂੰ ਦੇਖੋ ਜੀ, ਨੈਸ਼ਨਲ ਇੰਟਰਸਟ ਦਾ ਮੁਕਾਬਲਾ ਕਰਨਾ ਪੈ ਰਿਹਾ, ਡੀਪ ਸਟੇਟ ਦਾ ਮੁਕਾਬਲਾ ਕਰਨਾ ਪੈ ਰਿਹਾ, ਮਲਟੀਲੈਟਰਲਿਜ਼ਮ ਦਾ ਮੁਕਾਬਲਾ ਕਰਨਾ ਪੈ ਰਿਹਾ, ਅਤੇ ਜਿਹੜਾ ਪੁਰਾਣਾ ਵਰਲਡ ਆਰਡਰ ਹੈ ਉਹਦੀ ਜਿਹੜੀ ਡਿਸਮੈਂਟਲਿੰਗ ਹੋ ਕੇ ਜਿਹੜਾ ਨਿਊ ਵਰਲਡ ਆਰਡਰ ਬਣਨਾ ਉਹਦਾ ਮੁਕਾਬਲਾ ਕਰਨਾ ਪੈ ਰਿਹਾ। ਅਤੇ ਜਿਹੜੀ ਸੱਚਾਈ ਹੈ ਇਸ ਟਾਈਮ ਉਹ ਵਿਚਾਰੀ ਬਹੁਤ ਹੀ ਜ਼ਿਆਦਾ ਮਾੜੇ ਹਾਲਾਤਾਂ ਵਿੱਚ ਹੈ, ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਜੇ ਮਤਲਬ ਇੰਡੀਅਨਸ ਜਾਂ ਕੈਨੇਡੀਅਨਸ ਹੈ, ਠੀਕ ਹੈ, ਕੋਈ ਵੀ ਸੱਚਾਈ ਨਾਲ ਖੜਾ ਹੋਣਾ ਇੰਨਾ ਲਾਈਕ ਨਹੀਂ ਕਰੇਗਾ, ਲੇਕਿਨ ਸਾਰੇ ਆਪਣੇ ਇੰਟਰਸਟ ਨਾਲ ਖੜਾ ਹੋਣਾ ਪਸੰਦ ਕਰਨਗੇ, ਬਲਕਿ ਉਹਨੂੰ ਹੀ ਸੱਚਾਈ ਬਣਾ ਕੇ ਪੇਸ਼ ਕੀਤੀ ਜਾਏਗੀ। ਉਸੇ ਗਹਿਮਾ ਗਹਿਮੀ ਨੇ ਕਿ ਜੋ ਉਹਨਾਂ ਦੇ ਇੰਟਰਸਟ ਉਹਨਾਂ ਨੂੰ ਕਿਵੇਂ ਸੱਚ ਅਸੀਂ ਪੇਸ਼ ਕਰਨਾ ਹੈ। ਇੰਨਾ ਜ਼ਿਆਦਾ ਟੈਂਸਡ ਮਾਹੌਲ ਹੈ, ਇੰਨਾ ਜ਼ਿਆਦਾ ਤੂੰ ਮੈਂ ਚੱਲ ਰਿਹਾ ਹੈ, ਇੰਨਾ ਜ਼ਿਆਦਾ ਮਡ ਸਲਿੰਗਿੰਗ ਹੋ ਰਹੀ ਹੈ। ਔਰ ਕਿਹਦੇ ਵਿੱਚ ਹੁਣ ਇਹ ਲੜਾਈ ਜਿਹੜੀ ਡੈਮੋਕ੍ਰੇਸੀਸ 'ਚ ਹੈ, ਇੱਕ ਬੜੀ ਆਇਰੋਨਿਕਲ ਗੱਲ ਹੈ, ਡਿਕਟੇਟਰਸ਼ਿਪਸ 'ਚ ਨਹੀਂ ਹੈ। ਉਹੀ ਸੋ ਕਾਲਡ ਸਿਵਲਾਈਜ਼ਡ ਵਰਲਡ, ਹੁਣ ਭਾਰਤ ਆਪਣੇ ਆਪ ਨੂੰ ਕਹਿ ਰਿਹਾ ਮਦਰ ਆਫ ਡੈਮੋਕ੍ਰੇਸੀ, ਕੈਨੇਡਾ ਆਪਣੇ ਆਪ ਨੂੰ ਕਹਿ ਰਿਹਾ ਕਿ ਅਸੀਂ ਤਾਂ ਡੈਮੋਕ੍ਰੇਸੀ ਨੂੰ ਲੈ ਕੇ ਸਿਵਲਾਈਜ਼ਡ ਵਰਲਡ 'ਚ ਅਸੀਂ ਆਏ ਹਾਂ। ਅਗਰ ਅਸੀਂ ਵੈਸਟ ਦੇ ਨਜ਼ਰੀਏ 'ਚੋਂ ਦੇਖੇ ਤਾਂ ਇਹ ਨਾਓ ਦਿਸ ਇਜ਼ ਪ੍ਰੋਬਲਮ ਇਨ ਡੈਮੋਕ੍ਰੇਸੀਸ। ਮੈਨੂੰ ਕਿਤੇ ਇਹ ਵੀ ਲੱਗਦਾ ਕਿ ਜੰਗ ਛਿੜ ਚੁੱਕੀ ਹੈ ਡੈਮੋਕ੍ਰੇਸੀਸ ਔਰ ਡਿਕਟੇਟਰਸ਼ਿਪ ਦੇ ਵਿੱਚ, ਕਿਉਂਕਿ ਐਕਸਪਰਟਸ ਕਹਿੰਦੇ ਨੇ ਕਿ ਦੁਨੀਆ ਦੇ ਵਿੱਚ ਕਿਤੇ ਵੀ ਡੈਮੋਕ੍ਰੇਸੀ ਆਪਣੀ ਪਿਓਰ ਫਾਰਮ ਦੇ ਵਿੱਚ ਨਹੀਂ ਹੈ, ਡਿਕਟੇਟਰਸ਼ਿਪ ਹੈ ਜਿਹਨੇ ਡਰੈਸ ਪਾਈ ਹੋਈ ਹੈ ਡੈਮੋਕ੍ਰੇਸੀ ਦੀ। ਸੋ ਜੰਗ ਛਿੜ ਚੁੱਕੀ ਹੈ ਡੈਮੋਕ੍ਰੇਸੀ ਤੇ ਡਿਕਟੇਟਰਸ਼ਿਪ ਦੇ ਵਿੱਚ, ਕਿਉਂਕਿ ਡੈਮੋਕ੍ਰੇਸੀ ਦੇ ਵਿੱਚ ਇਹ ਜਿਹੜੇ ਪੋਲੀਟੀਕਲ ਮਰਡਰਸ ਹੁੰਦੇ ਨੇ ਉਹਨਾਂ ਵਾਸਤੇ ਕੋਈ ਥਾਂ ਨਹੀਂ ਹੁੰਦੀ। ਇਹ ਡਿਕਟੇਟਰਸ਼ਿਪ ਦਾ ਹੀ ਰੁਝਾਨ ਹੁੰਦਾ ਕਿ ਜਿਹੜੇ ਪੋਲੀਟੀਕਲ ਮਰਡਰਸ ਹੁੰਦੇ ਨੇ, ਐਕਸਪਰਟਸ ਦਾ ਹੀ ਮੰਨਣਾ ਹੈ। ਸੋ ਬਿਲਕੁਲ ਸਹੀ ਤੁਸੀਂ ਕਹਿ ਰਹੇ ਹੋ, ਬਿਲਕੁਲ ਸਹੀ ਫਰਮਾ ਰਹੇ ਹੋ। ਲੇਕਿਨ ਇੱਥੇ ਅਗਰ ਮੈਂ ਪਹਿਲੇ USA ਤੋਂ ਸ਼ੁਰੂਆਤ ਕਰਾਂ, ਲੋਕ ਇਹ ਵੀ ਕਹਿ ਰਹੇ ਨੇ, ਸਕਾਲਰਸ ਇਹ ਵੀ ਕਹਿ ਰਹੇ ਨੇ, ਔਰ ਖਾਸ ਕਰ ਚਾਈਨੀਜ਼ ਮੀਡੀਆ ਵੀ ਸਿੱਧੇ ਤੌਰ ਤੇ ਨਹੀਂ ਕਿਹਾ ਪਰ ਪ੍ਰੋਜੈਕਸ਼ਨਸ ਚੱਲ ਰਹੀਆਂ ਨੇ, ਔਰ ਇੰਡੀਆ ਵੀ ਪ੍ਰੋਜੈਕਟ ਮਤਲਬ ਸਿੱਧਾ ਤਾਂ ਅਸੀਂ ਨਹੀਂ ਕਹਿ ਰਹੇ, ਬਿਕੋਜ਼ ਵੀ ਆਰ ਹੈਵਿੰਗ ਵੈਰੀ ਗੁੱਡ ਰਿਲੇਸ਼ਨਸ ਵਿਦ USA ਐਟ ਦ ਮੋਮੈਂਟ, ਔਰ ਅਸੀਂ ਆਪਣੇ ਰਿਲੇਸ਼ਨਸ ਨੂੰ ਸਪੋਇਲ ਨਹੀਂ ਕਰਨਾ ਚਾਹਾਂਗੇ। ਬਟ ਕਿਤੇ ਨਾ ਕਿਤੇ ਇਹ ਵੀ ਗੱਲਬਾਤ ਚੱਲ ਰਹੀ ਹੈ ਕਿ ਜਦੋਂ ਚਾਈਨਾ ਨੇ ਸੀਰੀਆ ਵਰਗੀ ਕੰਟਰੀ ਕ੍ਰੀਏਟ ਕਰਨੀ ਹੁੰਦੀ ਹੈ, ਜਾਂ ਈਰਾਨ ਵਰਗੇ ਇਸ਼ੂਜ਼ ਕ੍ਰੀਏਟ ਕਰਨੇ ਹੁੰਦੇ, ਜਾਂ ਅਫਗਾਨਿਸਤਾਨ ਵਰਗੇ ਇਸ਼ੂਜ਼ ਕ੍ਰੀਏਟ ਕਰਨੇ ਹੁੰਦੇ, ਜਾਂ ਡਰੋਨ ਹਮਲੇ ਕਰਨੇ ਹੁੰਦੇ ਹੈ, ਉਦੋਂ ਕੁਐਸਚਨਿੰਗ ਕਿਉਂ ਨਹੀਂ ਹੁੰਦੀ ਡੈਮੋਕ੍ਰੇਸੀ ਦੇ ਉੱਤੇ? ਫਿਰ ਇਹ ਵੀ ਇੱਕ ਸਵਾਲ ਆਉਂਦਾ ਹੈ। ਐਂਡ ਔਰ ਅਗਰ ਇੰਡੀਆ ਆਪਣੇ ਆਪ ਨੂੰ ਕਹਿ ਰਿਹਾ ਕਿ ਅਸੀਂ ਮਦਰ ਡੈਮੋਕ੍ਰੇਸੀ, ਦੇਖੋ ਪਹਿਲੀ ਗੱਲ ਤਾਂ ਇਹ ਹੈ, ਮੈਂ ਇੱਥੇ ਕੋਟ ਕਰਨਾ ਚਾਹੂੰਗੀ ਇੱਕ ਕੈਨੇਡੀਅਨ ਇੱਕ ਰਾਈਟਰ ਹੈਗੇ ਹੈ, ਸ਼ੈਰੀਡਨ ਕਾਲਜ ਦੇ ਹੈ। ਉਹਨਾਂ ਨੇ ਕਿਹਾ ਹੈ, ਸ਼ਾਇਦ ਮੈਂ ਗਲਤ ਬੋਲ ਰਹੀ ਹਾਂ, ਆਈ ਮੀਨ ਦੇਰ ਇਜ਼ ਵਨ ਆਫ ਦ ਰਾਈਟਰ ਸਕਾਲਰ, ਇੱਕ ਸਕਾਲਰ ਦਾ ਇਹ ਵੀ ਕਹਿਣਾ ਹੈ ਕਿ ਜੋ ਕੈਨੇਡਾ 'ਚ ਚੱਲ ਰਿਹਾ, ਜੋ ਵੀ ਚੱਲ ਰਿਹਾ, ਦੈਟ ਇਜ਼ ਐਨ ਓਲਡ ਥਿੰਗ, ਉਹ ਪੁਰਾਣੀ ਚੀਜ਼, ਉਹ ਉੱਥੇ 30-40 ਸਾਲਾਂ ਤੋਂ ਚੱਲ ਰਿਹਾ ਸੀ ਜੋ ਵੀ ਇਸ਼ੂ ਹੋ ਰਿਹਾ। ਬਟ ਜੋ ਇੰਡੀਆ ਦਾ ਰਿਐਕਸ਼ਨ ਆਇਆ, ਦਿਸ ਇਜ਼ ਸਮਥਿੰਗ ਨਿਊ, ਇਹ ਇੱਕ ਨਵੀਂ ਚੀਜ਼ ਹੋਈ ਹੈ, ਪਹਿਲੀ ਵਾਰੀ ਹੋਈ ਹੈ। ਓਕੇ, ਦਿਸ ਇਜ਼ ਸਮਥਿੰਗ ਨਿਊ। ਔਰ ਇਹਨੂੰ ਹੁਣ ਕਿੱਦਾਂ ਇਹਨੂੰ ਹੁਣ ਵੈਸਟਰਨ ਵਰਲਡ ਕਿੱਦਾਂ ਖੇਲੇਗਾ, ਅਮਰੀਕਾ ਕਿੱਦਾਂ ਖੇਲੇਗਾ, ਕੀ ਇਹਦੇ ਤੇ ਚੈਸ ਚੱਲੇਗੀ, ਉਹ ਹੁਣ ਟਾਈਮ ਦੱਸੇਗਾ। ਸੋ ਆਪਾਂ ਜੇ ਸਟਾਰਟ ਕਰੀਏ, ਤੁਸੀਂ ਅਮਰੀਕਾ ਦੀ ਗੱਲ ਕੀਤੀ ਹੈ, ਅਮਰੀਕਾ ਦਾ ਵਿਊ ਪੁਆਇੰਟ ਕੀ ਹੈ? ਦੇਖੋ, ਅੱਜ ਦੀ ਦੁਨੀਆ 'ਚ ਸਾਰੇ ਬੜੇ ਸਿਆਣੇ ਆ, ਕੋਈ ਵੀ ਕਿਸੇ ਦੇ ਲਈ ਵੀ ਉਲਝਣਾ ਨਹੀਂ ਚਾਹੁੰਦਾ, ਭਾਵਾਂ ਵੈਸਟਰਨ ਵਰਲਡ ਸਾਰੇ ਮਿਲ ਕੇ ਰਸ਼ੀਆ ਦੇ ਖਿਲਾਫ ਜ਼ਰੂਰ ਉਲਝ ਗਏ, ਔਰ ਉਹਦਾ ਨੁਕਸਾਨ ਅਸੀਂ ਆਲਰੇਡੀ ਬਹੁਤ ਭਰਦੇ ਪਏ ਹਾਂ। ਹੁਣ ਦੇਖੋ, 3 ਤਰ੍ਹਾਂ ਦੀਆਂ ਸਟੇਟ ਹੁੰਦੀਆਂ, ਇੱਕ ਹੁੰਦੀ ਲਿਕੁਇਡ ਸਟੇਟ, ਇੱਕ ਹੁੰਦੀ ਜੈਲੀ ਸਟੇਟ, ਇੱਕ ਹੁੰਦੀ ਸੋਲਿਡ ਸਟੇਟ। ਨਾਓ ਦਿਸ ਜੈਲੀ ਸਟੇਟ ਇਜ਼ ਕੰਟਰੀਜ਼ ਲਾਈਕ ਸੀਰੀਆ, ਅਫਗਾਨਿਸਤਾਨ, liquid state like India, ਠੀਕ ਹੈ, solid state like Russia is solid, ਤੁਸੀਂ ਉਹਨੂੰ ਹਿਲਾ ਨਹੀਂ ਸਕਦੇ। ਹੁਣ ਜਿਹੜਾ ਇੰਡੀਆ ਦਾ ਟ੍ਰਾਂਜੀਸ਼ਨ ਹੋਇਆ ਫਰਮ liquid state to solid state, this has become problematic for the West। ਇਹ ਮੈਂ ਨਹੀਂ ਕਹਿ ਰਹੀ ਹਾਂ, this is how the things are being seen or analyzed। ਠੀਕ ਹੈ ਜੀ। ਹੁਣ ਤੁਸੀਂ ਮੈਨੂੰ ਸਵਾਲ ਇਹ ਪੁੱਛਿਆ ਕਿ ਅਮਰੀਕਾ ਕੀ ਕਰੇਗਾ। ਅਮਰੀਕਾ is going to play a very smart game। ਅਮਰੀਕਾ ਲਈ ਬਹੁਤ ਅੱਛਾ ਮੌਕਾ ਹੈ ਇੱਕ ਵਰਲਡ ਲੀਡਰ ਦੇ ਰੂਪ 'ਚ ਉਭਰਨ ਦਾ,
ਔਰ ਆਪਣੇ ਵਰਚਸਵ ਨੂੰ ਦੁਬਾਰਾ ਸਥਾਪਿਤ ਕਰਨ ਦਾ। ਅਮਰੀਕਾ ਅਗਰ ਚਾਹੇ ਦੋਨਾਂ ਦੇਸ਼ਾਂ ਨੂੰ ਬਿਠਾ ਕੇ ਇਹ ਪ੍ਰੋਬਲਮ ਸੋਲਵ ਹੋ ਸਕਦੀ ਹੈ, ਲੇਕਿਨ ਅਗਰ ਕੋਈ ਟਾਈਮ ਲਗਾਇਆ ਜਾ ਰਿਹਾ ਤਾਂ ਉਹਦੇ ਪਿੱਛੇ ਕੋਈ ਪੋਲੀਟੀਕਲ ਰੀਜ਼ਨਸ ਹੋਣਗੇ। ਤੁਸੀਂ ਦੇਖੋ ਨਾ, ਮੰਡੇ ਨੂੰ ਜਸਟਿਨ ਟਰੂਡੋ ਸਟੇਟਮੈਂਟ ਨਾ ਆ ਰਿਹਾ, ਅੱਜ ਹਫਤਾ ਹੋ ਗਿਆ। ਟੁਡੇ ਇਜ਼ ਇੰਡੀਆ 'ਚ ਸੰਡੇ ਹੈ, ਕੈਨੇਡਾ 'ਚ ਸੈਟਰਡੇ ਹੋਏਗਾ, ਅਮਰੀਕਾ 'ਚ ਵੀ ਸੈਟਰਡੇ ਹੋਏਗਾ। ਹਜੇ ਤੱਕ ਕੋਈ ਪ੍ਰੂਫ ਨਹੀਂ ਆਏ। ਇਹਦਾ ਮਤਲਬ ਇਹ ਨਹੀਂ ਕਿ ਪ੍ਰੂਫ ਨਹੀਂ ਹੈਗੇ, ਇਹਦਾ ਮਤਲਬ ਹੈ ਪਤਾ ਸਾਰਿਆਂ ਨੂੰ ਸਾਰਾ ਕੁਝ ਹੈ। ਦੇ ਆਰ ਵੇਟਿੰਗ ਫॉर ਦੇ ਰਾਈਟ ਟਾਈਮਿੰਗਸ ਲਈ ਵੇਟ ਕੀਤਾ ਜਾ ਰਿਹਾ, ਔਰ ਇਹਨੂੰ ਅੰਦਰੋਂ ਵੀ ਨੈਗੋਸ਼ੀਏਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਮੈਂ ਸਮਝਦੀ ਹਾਂ ਅਮਰੀਕਾ ਸ਼ੁੱਡ ਅਵੇਲ ਦਿਸ ਓਪਰਚੁਨਿਟੀ ਟੂ ਵਨਸ ਅਗੇਨ ਪੋਜ਼ਿਟਿਵਲੀ ਉਹ ਇਸ ਤਰ੍ਹਾਂ ਦਾ ਦੋਨਾਂ ਦੇ ਵਿੱਚ ਕੰਸੈਂਸਸ ਬਿਲਡ ਕਰਾਏ ਕਿ ਵਿਨ ਵਿਨ ਸਿਚੁਏਸ਼ਨ ਦੋਨਾਂ ਲਈ ਹੋ ਜਾਏ ਔਰ ਇਹ ਜਿਹੜੀ ਟੈਨਸ਼ਨ ਹੈ ਉਹ ਖਤਮ ਹੋ ਜਾਏ। ਕੈਨੇਡਾ ਜੋ ਕਹਿ ਰਿਹਾ ਹੈ ਕਿ ਮੈਂ ਬਹੁਤ ਦੇਰ ਪਹਿਲਾਂ ਹੀ ਇੰਡੀਆ ਨੂੰ ਇਸ ਗੱਲ ਬਾਰੇ ਸੁਚੇਤ ਕਰ ਦਿੱਤਾ ਸੀ। ਈਵਨ G20 ਵੇਲੇ ਵੀ ਮੈਂ ਪ੍ਰਾਈਮ ਮਿਨਿਸਟਰ ਮੋਦੀ ਨਾਲ ਗੱਲਬਾਤ ਕੀਤੀ ਸੀ। ਈਵਨ ਬਾਈਡਨ ਸਾਹਿਬ ਵੀ ਕਹਿ ਰਹੇ ਨੇ ਕਿ ਇਹ ਗੱਲ ਉੱਥੇ ਹੋਈ ਹੈ। ਨਾਓ ਕੈਨੇਡੀਅਨ ਵਿਊ ਪੁਆਇੰਟ ਕੀ ਬਣਦਾ, ਕਿਉਂਕਿ ਹਰ ਬੰਦਾ ਕਹੇਗਾ ਕਿ ਮੈਂ ਬੇਕਸੂਰ ਹਾਂ। ਯੈਸ ਇੰਡੀਆ ਕਹਿ ਰਿਹਾ ਕਿ ਮੈਂ ਪਿਛਲੇ 30 ਸਾਲਾਂ ਤੋਂ ਕੈਨੇਡਾ ਨੂੰ ਦੱਸ ਰਿਹਾ ਕਿ ਕੈਨੇਡਾ ਦੀ ਧਰਤੀ ਦੇ ਉੱਤੇ ਭਾਰਤ ਤੋਂ ਭੱਜੇ ਹੋਏ ਗੈਂਗਸਟਰਸ ਬੈਠੇ ਨੇ, ਐਂਟੀ ਸੋਸ਼ਲ ਐਲੀਮੈਂਟਸ ਬੈਠੇ ਨੇ। ਸੋ ਕੈਨੇਡਾ ਕਿਉਂ ਪਨਾਹ ਦੇ ਰਿਹਾ? ਕੈਨੇਡਾ ਨੂੰ ਟੈਰਰਿਸਟ ਹੱਬ ਕਹਿਤਾ ਗਿਆ ਵੈਸਟਰਨ ਮੁਲਕ 'ਚ, ਵੈਸਟਰਨ ਵਰਲਡ ਨੂੰ ਪਹਿਲੀ ਵਾਰੀ। ਦੇਖੋ ਪਾਕਿਸਤਾਨ ਨੂੰ ਤਾਂ ਆਪਾਂ ਟੈਰਰਿਸਟ ਹੱਬ ਕਹਿੰਦੇ ਹਾਂ, ਬਟ ਇਹ ਜਿਹੜੀ ਟਰਮੀਨੋਲੋਜੀ ਹੈ, this has been for the first time used for the western countries. ਕੈਨੇਡਾ ਵੈਸਟਰਨ ਮੁਲਕ ਨੂੰ ਹੀ ਰਿਪਰੈਜ਼ੈਂਟ ਕਰਦਾ ਕਿ ਇਹ ਵੀ ਇੱਕ ਟੈਰਰਿਸਟ ਹੱਬ ਹੈ। ਹੁਣ ਇਹਨੂੰ ਕਿੱਦਾਂ ਕਿਵੇਂ ਵੈਸਟਰਨ ਮੁਲਕ, ਦੇਖੋ ਵੈਸਟਰਨ ਮੁਲਕ ਦੇ ਇੱਜ਼ਤ ਦੇ ਉੱਤੇ ਵੀ ਇੱਕ ਬਹੁਤ ਵੱਡੀ ਆਂਚ ਹੈ, ਠੀਕ ਹੈ। Sure. They will try to no doubt they will have to stand with Canada, but ਜਿਹੜੀਆਂ ਜੀਓ ਇਕਨੋਮਿਕ ਰਿਐਲਿਟੀਜ਼ ਆ ਉਹਨਾਂ ਨੂੰ ਵੀ ਤੁਹਾਨੂੰ ਨਜ਼ਰ 'ਚ ਰੱਖਣਾ ਪਏਗਾ। ਸੋ ਸਿਚੁਏਸ਼ਨਸ ਆਰ ਵੈਰੀ ਬਹੁਤ ਕਨਫਿਊਜ਼ਨ ਦੀਆਂ ਭਰੀਆਂ ਹੋਈਆਂ, ਬਹੁਤ ਟੈਂਸਡ ਮਾਹੌਲ ਹੈ। ਸੋ ਇਹਦੇ ਵਿੱਚ ਚਾਈਨਾ ਇਸ ਦਾ ਫਾਇਦਾ ਲੈਣਾ ਚਾਹੇਗਾ ਆਫ ਕੋਰਸ, ਕਿਉਂਕਿ ਇੰਡੀਆ ਨੂੰ ਉਹ ਬਰਦਾਸ਼ਤ ਨਹੀਂ ਕਰ ਸਕਦਾ। G20 ਦੇ ਵਿੱਚ ਉਹਨੇ ਦੂਰੀ ਬਣਾ ਕੇ ਰੱਖੀ ਇਸੇ ਕਰਕੇ ਕਿ ਇੰਡੀਆ ਨੂੰ ਉਹ ਲੀਡਰ ਦੇ ਰੂਪ ਦੇ ਵਿੱਚ ਐਕਸੈਪਟ ਨਹੀਂ ਕਰ ਸਕਦਾ। ਦੈਟ ਇਜ਼ ਵਾਈ ਦ ਰੀਜ਼ਨ ਇਜ਼, ਕਿਉਂਕਿ ਕਹਿਣ ਨੂੰ ਜੋ ਮਰਜ਼ੀ ਗੱਲਾਂ ਕਹੋ, ਐਕਸਪਰਟਸ ਅੰਦਰ ਦੀ ਗੱਲ ਇਹ ਦੱਸਦੇ ਨੇ। ਜੋ ਅਸੀਂ ਪ੍ਰੋਗਰਾਮ ਦੇ ਸ਼ੁਰੂਆਤ ਵਿੱਚ ਗੱਲ ਕੀਤੀ ਹੈ ਕਿ ਅਸੀਂ ਅੰਦਰ ਕੀ ਹੈ, ਬਿਹਾਈਂਡ ਦ ਸੀਨ ਕੀ ਹੈ, ਅਸੀਂ ਉਹ ਦੇਖਣ ਦੀ ਕੋਸ਼ਿਸ਼ ਕਰ ਰਹੇ ਹਾਂ, ਕਿਉਂਕਿ ਸੀਨ ਤਾਂ ਸਾਰੇ ਦੇਖ ਰਹੇ ਨੇ। ਸੋ ਬਿਹਾਈਂਡ ਦ ਸੀਨ ਚਾਈਨਾ ਇਸ ਗੱਲ ਨੂੰ ਕਿੱਦਾਂ ਐਨਕੈਸ਼ ਕਰਦਾ? ਦੇਖੋ ਚਾਈਨਾ ਦੇ ਜਿਹੜੇ ਨਿਊਜ਼ਪੇਪਰ ਹੈ ਗਲੋਬਲ ਮਾਊਥਪੀਸ, ਚਾਈਨਾ ਨੇ ਆਪਣੇ ਅਖਬਾਰ ਦੇ ਜ਼ਰੀਏ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਜੀ ਇਹ ਜਿਹੜੀਆਂ ਪਹਿਲੇ ਤਾਂ ਉਹਨੇ ਡੈਮੋਕ੍ਰੇਸੀ ਨੂੰ ਘਟੀਆ ਕਿਹਾ ਕਿ ਇਹ ਡੈਮੋਕ੍ਰੇਸੀਜ਼ ਐਵੇਂ ਨਾਮ ਦੀਆਂ ਹੀ ਹੈ, ਮਤਲਬ ਹੀ ਚਾਈਨੀਜ਼ ਆ ਪ੍ਰਮੋਟਿੰਗ ਦੇਅਰ ਓਨ ਡਿਕਟੇਟਰਸ਼ਿਪ, ਹੈ ਨਾ। ਨੰਬਰ 2 ਉਹ ਕਹਿ ਰਹੇ ਕਿ ਜਿਹੜਾ G20 ਹੋਇਆ ਸੀਗਾ ਜਾਂ ਇੰਡੀਆ ਨੂੰ ਬੜੀ ਲਿਫਟ ਕਰਾਈ ਜਾ ਰਹੀ ਸੀਗੀ, ਠੀਕ ਹੈ। ਉਹ ਇਸ ਕਰਕੇ ਨਹੀਂ ਕਰਾਈ ਜਾ ਰਹੀ ਸੀ ਕਿ ਇੰਡੀਆ ਦੀ ਬਹੁਤ ਅੱਛੀ ਡੈਮੋਕ੍ਰੇਸੀ ਹੈ, ਉਹ ਇਸ ਕਰਕੇ ਕਰਾਈ ਜਾ ਰਹੀ ਸੀ ਕਿ ਵੈਸਟ ਦੇ ਜਿਹੜੇ ਜੀਓ ਇਕਨੋਮਿਕ ਇੰਟਰਸਟ ਹੈ ਉਹਨਾਂ ਨੂੰ ਇੰਡੀਆ ਪੂਰਾ ਕਰ ਰਿਹਾ ਸੀਗਾ। ਅਤੇ ਥਰਡਲੀ ਕਿਉਂਕਿ ਉਹ ਚਾਈਨਾ ਨੂੰ ਕੰਟੇਨ ਕਰਨਾ ਚਾਹੁੰਦੇ, ਇਸ ਕਰਕੇ ਇੰਡੀਆ ਨੂੰ ਉਹਨਾਂ ਨੇ ਆਪਣੇ ਅਲਾਇੰਸਿਸ 'ਚ ਪਾ ਲਿਆ। ਅਦਰਵਾਈਜ਼ ਇੰਡੀਆ ਦੀ ਕੋਈ ਬਹੁਤੀ ਕੈਪੇਬਿਲਿਟੀ ਨਹੀਂ ਹੈ। ਦਿਸ ਇਜ਼ ਵਾਟ ਚਾਈਨੀਜ਼, ਹਾਂ ਇੱਦਾਂ ਸਿੱਧੇ ਸ਼ਬਦ ਤਾਂ ਨਹੀਂ ਕਹੇ, ਮੈਂ ਸਿਰਫ ਸਮਝਾਉਣ ਲਈ ਇੱਦਾਂ ਕਹਿ ਰਹੀ ਹਾਂ। ਅਦਰਵਾਈਜ਼ ਉਹਨਾਂ ਨੇ ਬੜੇ ਨਪੇ ਤੋਲੇ ਸ਼ਬਦਾਂ 'ਚ ਉਹਨਾਂ ਦੇ ਅਖਬਾਰ 'ਚ ਹੀ ਆਰਟੀਕਲ ਡਿਪਲੋਮੈਟਿਕ ਵੇ। ਯੈਸ, ਬਟ ਜਿਸ ਤਰ੍ਹਾਂ ਤੁਸੀਂ ਚਾਈਨਾ ਮੀਡੀਆ ਦੀ ਗੱਲ ਕੀਤੀ ਹੈ, ਆਪਾਂ US ਮੀਡੀਆ ਦੀ ਗੱਲ ਕਰੀਏ ਤਾਂ ਹਰ ਨਿਊਜ਼ਪੇਪਰ ਦਾ ਜਾਂ TV ਚੈਨਲ ਦਾ ਆਪਣਾ ਇੱਕ ਪੁਆਇੰਟ ਆਫ ਵਿਊ ਹੈ, ਪਰ ਵਾਸ਼ਿੰਗਟਨ ਪੋਸਟ ਕਾਫੀ ਸਿੰਪਥੈਟਿਕ ਹੈ ਭਾਰਤ ਨੂੰ ਲੈ ਕੇ, ਔਰ ਭਾਰਤ ਔਰ ਅਮਰੀਕਾ ਦੇ ਰਿਲੇਸ਼ਨਸ ਨੂੰ ਲੈ ਕੇ ਕਾਫੀ ਪੋਜ਼ਿਟਿਵ ਹੈ। ਜੋ ਆਪਾਂ ਪ੍ਰੋਗਰਾਮ ਦੇ ਸ਼ੁਰੂਆਤ ਵਿੱਚ ਵੀ ਕਿਹਾ ਕਿ ਅਮਰੀਕਾ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਅਸੀਂ ਜੇ ਚੁਣਨਾ ਪਿਆ ਤਾਂ ਭਾਰਤ ਨੂੰ ਸਪੋਰਟ ਕਰਨਾ ਪਸੰਦ ਕਰਦੇ ਹਾਂ। ਸੋ ਇਹ ਵੀ ਇੱਕ ਨਵੀਂ ਚੀਜ਼ ਦੇਖਣ ਨੂੰ ਮਿਲ ਰਹੀ ਹੈ। ਨਹੀਂ ਥੋੜਾ ਜਿਹਾ ਮੈਂ ਇੱਥੇ ਤੁਹਾਨੂੰ ਕੰਟਰਡਿਕਟ ਕਰੂੰਗੀ। ਸ਼ੋਰ, ਅਮਰੀਕਾ ਇਜ਼ ਪਲੇਇੰਗ ਅ ਵੈਰੀ ਸਮਾਰਟ ਗੇਮ। ਦੇਖੋ ਅਮਰੀਕਾ ਕੈਨੇਡਾ ਦੇ ਆਰ ਬੜੇ ਸਕੇ ਭਰਾ ਹੈ, ਠੀਕ ਹੈ। ਔਰ ਅਮਰੀਕਾ ਇੰਟੈਲੀਜੈਂਟਲੀ ਇਹਨੂੰ ਹੈਂਡਲ ਕਰ ਰਿਹਾ। ਅਮਰੀਕਾ ਕੈਨੇਡਾ ਨੂੰ ਵੀ ਕਿਸੇ ਵੀ ਕੀਮਤ ਤੇ ਨਹੀਂ ਗਵਾ ਸਕਦਾ। ਇਟਸ ਅ ਪਲੇਨ, ਲੈਟਸ ਐਕਸੈਪਟ ਇਟ। ਸ਼ੋਰ, ਪਰ ਜਿਹੜੀ ਇੱਕ ਦੂਸਰਾ ਸਾਹਮਣੇ ਖਤਰਾ ਮੰਡਰਾ ਰਿਹਾ ਚਾਈਨਾ, ਹੈ ਨਾ, ਉਹਦੇ ਲਈ ਤੁਹਾਨੂੰ ਇੰਡੀਆ ਨੂੰ ਵੀ ਰੱਖਣਾ ਜ਼ਰੂਰ ਹੈ। ਇੰਡੀਆ ਦੀ ਮਾਰਕੀਟ ਵੀ ਨਜ਼ਰ ਆ ਰਹੀ, ਮਾਰਕੀਟ ਤਾਂ ਇੰਡੀਆ ਕੈਨੇਡਾ ਦੀ ਵੀ ਹੈਗੀ,
ਕੈਨੇਡਾ ਔਰ ਅਮਰੀਕਾ ਦੋਨਾਂ ਨੂੰ ਫਾਇਦਾ ਹੋ ਰਿਹਾ ਅਮਰੀਕਨ ਮਾਰਕੀਟਸ ਤੋਂ। ਕਹਾਣੀ ਤਾਂ ਸਾਰੀ ਮਾਰਕੀਟਸ ਦੀ ਹੈ, ਕਹਾਣੀ ਸਾਰੀ ਇਕਨੋਮਿਕਸ ਦੀ ਹੈ। ਹੁਣ ਅਮਰੀਕਾ ਦੀ ਤੁਸੀਂ ਜੇ ਗੇਮ ਦੇਖੋ, ਜੇ ਉਹਨਾਂ ਦਾ ਇੱਕ ਆਫੀਸ਼ੀਅਲ ਕਹਿੰਦਾ ਹੈ ਕਿ ਨਹੀਂ ਨਹੀਂ ਸਾਨੂੰ ਕੰਸਰਨ ਹੈ, ਦੂਸਰਾ ਆਫੀਸ਼ੀਅਲ ਨਾਲ ਹੀ ਕਹਿ ਦਿੰਦਾ ਕੈਨੇਡਾ ਨੂੰ ਥੋੜ੍ਹਾ ਜਿਹਾ ਸੋਚਣਾ ਚਾਹੀਦਾ ਹੈ। ਮਤਲਬ ਉਹ ਇੱਕ ਵਾਰੀ ਉਹਨੂੰ ਚੁੱਪ ਕਰਾ ਦਿੰਦਾ, ਇੱਕ ਵਾਰੀ ਉਹਨੂੰ, ਇੱਕ ਵਾਰੀ ਬੈਲੈਂਸਿੰਗ ਗੇਮ ਖੇਲ ਰਿਹਾ। ਅਮਰੀਕਾ ਨੂੰ ਵਾਚ ਕਰਨਾ ਇਸ ਵਾਰੀ ਬੜਾ ਇੰਟਰਸਟਿੰਗ ਹੈ। ਮਤਲਬ ਦੇਖੋ ਪਿਆਰ ਉਹਨੂੰ ਕੈਨੇਡਾ ਦੇ ਨਾਲ ਹੈ, ਨੋ ਡਾਊਟ, ਹੈ ਨਾ। ਹੁਣ ਅਮਰੀਕਾ ਦੀ ਸਥਿਤੀ ਉਹ ਹੋਈ ਪਈ ਹੈ, ਜੋ ਇੱਕ ਵਿਚਾਰੇ ਘਰ ਵਾਲੇ ਦੇ ਹੁੰਦੇ ਨੇ, ਇੱਕ ਨਵੀਂ ਵਿਆਹੀ ਵਹੁਟੀ ਹੁੰਦੀ ਤੇ ਨਾਲ ਉਹਦੀ ਮਾਂ ਵੀ ਹੁੰਦੀ ਹੈ ਤੇ ਮਾਂ ਬੜੀ ਸੱਸ ਬੜੀ ਲੜਾਕੀ ਹੁੰਦੀ ਹੈ, ਤੇ ਉਹ ਨਾ ਤੇ ਮਾਂ ਨੂੰ ਛੱਡ ਸਕਦਾ ਤੇ ਉਧਰ ਨਵੀਂ ਨਵਾਈ ਵਹੁਟੀ ਹੈ ਨਾ। ਸੋ ਸਮਥਿੰਗ ਲਾਈਕ ਦੈਟ। ਇਹਦੇ ਵਿੱਚ ਵੋਟੀ ਕੌਣ ਹੈ ਤੇ ਸੱਸ ਕੌਣ ਹੈ? ਕੈਨੇਡਾ ਆਈ ਥਿੰਕ ਸੱਸ ਹੈ, ਮਾਂ ਹੈ, ਔਰ ਨਵੀਂ ਵਿਆਹੀ ਵੋਟੀ ਇੰਡੀਆ ਹੈ। ਹਾਂਜੀ, ਸੋ ਇੰਡੀਆ ਨਾਲ ਪਿਆਰ ਦਿਖਾਣਾ ਪਏਗਾ ਬਿਕੋਜ਼ ਚਾਈਨਾ ਨੂੰ ਘੇਰਨ ਤੁਸੀਂ ਹੁਣ ਵਾਸਤੇ ਡਿਵੋਰਸ ਇੱਕਦਮ ਨਹੀਂ ਨਾ ਲੈ ਸਕਦੇ। ਚਾਈਨਾ ਨੂੰ ਘੇਰਨ ਵਾਸਤੇ ਇੰਡੀਆ ਦੀ ਲੋੜ ਹੈ। ਦੈਟ ਇਜ਼ ਵਾਈ ਡੀਲਸ ਵੀ ਹੋ ਰਹੀਆਂ ਨੇ ਕਿ ਅਸੀਂ ਕੁਝ ਵੈਪਨਸ ਵੀ ਇਕੱਠੇ ਬਹਿ ਕੇ ਡਿਵੈਲਪ ਕਰਨ ਦੀ ਕੋਸ਼ਿਸ਼ ਕਰ ਸਕਦੇ ਹਾਂ। ਇਹ ਯੂਐਸ ਐਂਡ ਇੰਡੀਆ ਵੱਲੋਂ ਇਹ ਇੱਕ ਪ੍ਰਪੋਜ਼ਲ ਹੈ। ਸੋ ਹਰੇਕ ਦਾ ਆਪਣਾ ਆਪਣਾ ਵਿਊ ਪੁਆਇੰਟ ਬਣਦਾ ਪਿਆ, ਬਟ ਅਕੋਰਡਿੰਗ ਟੂ ਯੂ, ਮਤਲਬ ਇੱਕ ਪੋਲੀਟੀਕਲ ਸਾਇੰਸ ਦੇ ਸਟੂਡੈਂਟ ਹੋਣ ਦੇ ਨਾਤੇ, ਨਾਟ ਐਜ਼ ਅ ਪੋਲੀਟੀਸ਼ੀਅਨ, ਇਹ ਤਾਂ ਸਭ ਪੋਲੀਟੀਕਲ ਵਿਊਜ਼ ਨੇ ਨਾ, ਕਿਉਂਕਿ ਮੀਡੀਆ ਵੀ ਬਾਇਸ ਹੋ ਸਕਦਾ, ਗਵਰਨਮੈਂਟ ਤੇ ਆਫ ਕੋਰਸ ਆਪਣੀ ਵਿਨ ਵਿਨ ਸਿਚੁਏਸ਼ਨ ਲੈ ਕੇ ਚੱਲਦੀਆਂ ਨੇ, ਹਰੇਕ ਦਾ ਆਪਣਾ ਸੈਲਫ ਇੰਟਰਸਟ ਹੈ। ਬਟ ਐਜ਼ ਅ ਸਟੂਡੈਂਟ ਆਫ ਪੋਲੀਟੀਕਲ ਸਾਇੰਸ, ਇਹਦੇ ਵਿੱਚ ਮੈਂ ਤੁਹਾਨੂੰ ਐਕਸਪਰਟ ਨਹੀਂ ਲੈ ਰਿਹਾ, ਐਜ਼ ਅ ਸਟੂਡੈਂਟ ਲੈ ਰਿਹਾ ਇਸ ਕੁਐਸਚਨ ਦੇ ਵਿੱਚ। ਯੈਸ, ਜਿੰਨੇ ਵੀ ਪੋਲੀਟੀਕਲ ਸਾਇੰਸ ਨੂੰ ਪੜ੍ਹਦੇ ਹੈ ਜਾਂ ਜਿਨ੍ਹਾਂ ਦਾ ਵੀ ਇੰਟਰਸਟ ਹੈ ਇੰਟਰਨੈਸ਼ਨਲ ਰਿਲੇਸ਼ਨਸ ਜਾਂ ਫੋਰਨ ਪੋਲਿਸੀ ਜਾਂ ਡਿਪਲੋਮੇਸੀ ਜਾਂ ਨੈਸ਼ਨਲ ਪੋਲੀਟਿਕਸ, ਉਹਨਾਂ ਨੂੰ ਮੈਂ ਇੱਥੇ ਇੱਕ ਮੈਸੇਜ ਜ਼ਰੂਰ ਦੇਣਾ ਚਾਹੂੰਗੀ ਕਿ ਜੇ ਤੁਸੀਂ ਪੋਲੀਟਿਕਸ ਨੂੰ ਸਮਝਣਾ ਹੈ, ਯੂ ਹੈਵ ਟੂ ਬੀ ਨਿਊਟਰਲ। ਤੁਸੀਂ ਨਿਊਟਰਲ ਹੋ ਕੇ ਹੀ ਪੋਲੀਟਿਕਸ ਨੂੰ ਸਮਝ ਸਕਦੇ ਹੋ, ਪਰੇ ਰਹਿ ਕੇ ਕਿ ਗੇਮ ਕੀ ਚੱਲ ਰਹੀ ਹੈ। ਠੀਕ ਹੈ, ਤੁਸੀਂ ਦੁਨੀਆ ਨੂੰ ਨਾ ਦੱਸੋ ਆਪਣੀ ਨਿਊਟਰਲ ਪੋਜੀਸ਼ਨ ਦਾ, ਲੇਕਿਨ ਅੰਦਰ ਹੀ ਅੰਦਰ ਸਭ ਨੂੰ ਪਤਾ ਹੁੰਦਾ ਹੈ ਕੀ ਰਿਐਲਿਟੀਜ਼ ਹੈ ਕੀ ਨਹੀਂ। ਹੁਣ ਹੋਇਆ ਕੀ ਹੈ ਕਿ ਪਾਵਰ ਸਟਰਗਲ ਬਹੁਤ ਡੋਮੀਨੇਟ ਕਰ ਰਹੀ ਹੈ। ਹੁਣ ਦੇਖੋ ਕਹਾਣੀ ਇੱਥੇ ਨਹੀਂ ਖਤਮ ਹੋਣੀ, ਕੀ ਸਹੀ ਤੇ ਕੀ ਗਲਤ, ਉਹ ਚੱਲਦੀ ਰਹਿਣੀ ਹੈ। ਜੇ ਤੁਸੀਂ ਸੋਚਦੇ ਪ੍ਰੋਬਲਮ ਇੱਥੇ ਹੀ ਖਤਮ ਹੋ ਜਾਏਗੀ, ਨੋ, ਇਟ ਵਿਲ ਕੰਟੀਨਿਊ, ਹੈ ਨਾ। ਲੇਕਿਨ ਕਿਹਦੇ 'ਚ ਜ਼ਿਆਦਾ ਦਮ ਹੈ? ਕਿਸੇ ਚੀਜ਼ ਨੂੰ ਸੱਚਾ ਪੈਦਾ ਕਰਨਾ, ਕਿਹਦੇ 'ਚ ਕਿੰਨੀ ਟੈਕਨੋਲੋਜੀ ਹੈ, ਕਿਹਦੇ ਨਾਲ ਕਿੰਨੇ ਲੋਕ ਖੜੇ। ਇੱਥੇ ਫਿਰ ਨੰਬਰ ਗੇਮ ਆ ਜਾਣੀ ਹੈ, ਇੱਥੇ ਫਿਰ ਪਾਵਰ ਗੇਮ ਆ ਜਾਣੀ ਹੈ, ਇੱਥੇ ਫਿਰ ਇਕਨੋਮਿਕ ਗੇਮ ਆ ਜਾਣੀ ਹੈ। ਹੁਣ ਦੇਖੋ ਨਾ, ਇੱਕ ਜ਼ਮਾਨੇ 200-300 ਸਾਲ ਪਹਿਲੇ ਵੈਸਟ ਨੇ ਵੀ ਤੇ ਕਿਹਾ ਸੀਗਾ, ਦੇ ਆਰ ਆਲ ਮਤਲਬ ਸਾਰੇ ਵਾਈਟਸ ਤੋਂ ਇਲਾਵਾ ਜਿੰਨੇ ਵੀ ਲੋਕ ਹੈ, ਦੇ ਆਰ ਵਾਈਟ ਮੈਨਸ ਬਰਡਨ। ਕਿਹਾ ਸੀ ਕਿ ਨਹੀਂ? ਸ਼ੋਰ, ਹੈ ਨਾ। ਹੁਣ ਅੱਜ ਜੇ ਏਸ਼ੀਅਨ ਪਾਵਰਫੁਲ ਹੈ, ਏਸ਼ੀਅਨਸ ਨੇ ਵੀ ਕਿਹਾ, ਏਸ਼ੀਅਨਸ ਹੋ ਸਕਦਾ ਇਹ ਵੀ ਸਟੇਟਮੈਂਟ ਆ ਜਾਣ ਕਿ ਨਾਓ ਦੈਟ ਵਾਈਟ ਮੈਨ ਬਰਡਨ ਨੀਡਸ ਟੂ ਬੀ ਸੈਟਲਡ ਡਾਊਨ। ਇੱਕ ਚੀਜ਼ ਹੈ, ਜੇ ਅਮਰੀਕਾ ਦਾ ਵੀ ਇਤਿਹਾਸ ਦੇਖੀਏ ਅਸੀਂ ਤਾਂ ਬਹੁਤ ਕੜਵਾਹਟ ਵੀ ਹੈ। ਹਾਂਜੀ, ਕਈ ਥਾਂ ਦੇ ਉੱਤੇ, ਕਈ ਮੁਲਕਾਂ ਦੇ ਵਿੱਚ ਗੜਬੜ ਪੈਦਾ ਕਰਨਾ, ਕਈ ਮੁਲਕਾਂ ਦੇ ਵਿੱਚ ਸਰਕਾਰਾਂ ਬਣਾਉਣੀਆਂ, ਕਈ ਮੁਲਕਾਂ ਦੇ ਵਿੱਚ ਸਰਕਾਰਾਂ ਤੋੜਨੀਆਂ, ਮਤਲਬ ਆਪਣਾ ਇੱਕ ਏਜੰਡਾ ਲੈ ਕੇ, ਲਾਈਕ ਅ ਪੁਲਿਸਮੈਨ ਅਮਰੀਕਾ ਚੱਲਦਾ ਰਿਹਾ ਹੈ। ਇਹ ਐਕਸਪਰਟਸ ਦੀ ਰਾਏ ਹੈ ਜੋ ਐਨਾਲਿਸਿਸ ਕਰਦੇ ਨੇ। ਸੋ ਭਾਰਤ ਦਾ ਇੱਕ ਇਤਿਹਾਸ ਰਿਹਾ ਹੈ ਕਿ ਭਾਰਤ ਨੇ ਕਿੱਦਾਂ ਕਿਸੇ ਵੀ ਸਿਚੁਏਸ਼ਨ ਨੂੰ ਹੈਂਡਲ ਕਰਨਾ ਹੈ, ਕਿਉਂਕਿ ਸਾਡਾ ਜੋ ਫੋਰਨ ਪਾਲਿਸੀ ਦਾ ਰਿਹਾ ਹੈ ਕਿ ਮਸਤ ਹਾਥੀ ਦੀ ਚਾਲ ਹੈ ਔਰ ਆਰਾਮ ਨਾਲ ਚਲਿਆ ਜਾਂਦਾ ਦੇਖੋ ਕੀ ਰਿਜ਼ਲਟਸ ਆਉਂਦੇ ਨੇ। ਇਹ ਭਾਰਤ ਦੀ ਚਾਲ ਰਹੀ ਹੈ। ਔਰ ਆਪਾਂ ਆਪਣੇ ਡਿਸਕਸ਼ਨਸ ਦੇ ਵਿੱਚ ਅਕਸਰ ਗੱਲ ਕਰਦੇ ਹਾਂ ਕਿ ਅਮਰੀਕਨ ਕਲਚਰ ਇਜ਼ ਡਿਫਰੈਂਟ, ਇੰਡੀਅਨ ਕਲਚਰ ਇਜ਼ ਡਿਫਰੈਂਟ, ਔਰ ਇੱਕ ਇਹ ਵੀ ਨਜ਼ਰੀਆ ਹੋ ਸਕਦਾ ਹਰ ਪ੍ਰੋਬਲਮ ਨੂੰ ਕਿੱਦਾਂ ਹੈਂਡਲ ਕੀਤਾ ਜਾ ਸਕਦਾ ਹੈ। ਇਹ ਵੀ ਕਿਉਂਕਿ ਅਸੀਂ ਆਪਣੇ ਜਿੱਦਾਂ ਸਾਡੀ ਸੋਚ ਬਣੀ ਹੋਈ ਹੈ ਉਹਦੇ ਮੁਤਾਬਿਕ ਹੀ ਅਸੀਂ ਕਰ ਸਕਦੇ ਹਾਂ। ਸੋ ਕਈ ਵਾਰ ਇੱਕ ਬੜਾ ਖੂਬਸੂਰਤ ਕਿਸੇ ਨੇ ਗੱਲ ਕਹੀ ਸੀ ਕਿ ਇੰਡੀਆ ਦੇ ਉੱਤੇ ਚੋਟ ਕੀਤੀ ਸੀ ਕਿਸੇ ਅਮਰੀਕਨ ਡਿਪਲੋਮੈਟ ਨੇ, ਸ਼ਾਇਦ ਕੁਝ ਕਿਹਾ ਸੀ, ਤੇ ਇੱਧਰੋਂ ਵੀ ਡਿਪਲੋਮੈਟ ਨੇ ਜਵਾਬ ਦਿੱਤਾ ਸੀ, ਲੁੱਕ, ਕੋਲੰਬਸ ਦੀ ਖੋਜ ਤੋਂ ਬਹੁਤ ਪੁਰਾਣਾ ਹੈ ਭਾਰਤ, ਤੁਸੀਂ ਸਾਡੀ ਸੰਸਕ੍ਰਿਤੀ, ਸਾਡੀ ਸਿਵਲਾਈਜੇਸ਼ਨ ਨੂੰ ਇੰਨੀ ਗਹਿਰਾਈ ਨਾਲ ਨਹੀਂ ਜਾਣਦੇ। ਸੋ ਨਾਓ ਪੁਆਇੰਟ ਇਜ਼ ਕਿ ਜੇ ਇਹ ਸਾਰਾ ਖਲੇਰਾ ਪਿਆ ਹੋਇਆ ਹੈ ਔਰ ਇਹਦਾ ਅਸਰ ਤੇ ਪਬਲਿਕ ਦੇ ਉੱਤੇ ਪੈਣਾ ਹੀ ਪੈਣਾ ਹੈ, ਪਾਵਰ ਗੇਮ ਚੱਲਦੀ ਰਹੇਗੀ, ਠੀਕ ਹੈ।
ਔਰ ਇਟ ਇਜ਼ ਆਲਵੇਜ਼ ਅ ਫਰਾਡ ਵਿਦ ਦੀ ਸਿਟੀਜ਼ਨਸ। ਯੈਸ, ਇਹ ਅਸੀਂ ਜਾਣਦੇ ਹਾਂ। ਮੁੱਕਦੀ ਗੱਲ ਤਾਂ ਇਹ ਹੈ। ਐਂਡ ਸਲੇਵਰੀ ਇਜ਼ ਐਨ ਆਫੀਸ਼ੀਅਲ ਪਾਲਿਸੀ। Yes. ਅਸੀਂ ਇਹ ਵੀ ਜਾਣਦੇ ਹਾਂ। ਇਹ ਸਭ ਕੁਝ ਡਿਜ਼ਾਈਨ ਇੱਦਾਂ ਹੀ ਹੁੰਦਾ ਕਿ ਸਾਡੀ ਸੋਚ ਨੂੰ, ਸਾਡੇ ਦਿਮਾਗ ਨੂੰ ਕਿੱਦਾਂ ਆਪਣੇ ਕਾਬੂ 'ਚ ਰੱਖਣ ਔਰ ਸਾਨੂੰ ਆਪਣੇ ਮੁਤਾਬਿਕ ਇਸਤੇਮਾਲ ਕਰਨ। ਦੈਟ ਇਜ਼ ਦਾ ਪੋਲੀਟੀਕਲ ਗੇਮ। ਹੈ ਨਾ, ਜੋ ਅਸੀਂ ਅਕਸਰ ਕਹਿੰਦੇ ਹਾਂ, even if you are not interested in politics is interested in you, ਤੁਹਾਨੂੰ ਕੰਟਰੋਲ ਕਰਨਾ। ਸੋ ਇਹ ਗੇਮ ਸਾਰੀ ਬਣਦੀ ਕੀ ਪਈ ਹੈ? ਤੁਹਾਨੂੰ ਕੀ ਲੱਗਦਾ ਫਿਰ ਉਹ ਪੋਲੀਟੀਕਲ ਸਟੂਡੈਂਟ ਦੇ ਪੋਲੀਟੀਕਲ ਸਾਇੰਸ ਦੇ ਸਟੂਡੈਂਟ ਦੇ ਮੁਤਾਬਿਕ ਕੀ ਲੱਗਦਾ ਪਿਆ? ਹੂ ਇਜ਼ ਬਿਹਾਈਂਡ ਇਟ? ਦੇਖੋ, ਇਹਦੇ ਬਿਹਾਈਂਡ ਨਾ ਸਭ ਤੋਂ ਪਹਿਲੇ ਨਾ ਇਕਨੋਮਿਕਸ ਹੁੰਦੀ ਹੈ। ਮਤਲਬ ਸਿੱਧੀ ਭਾਸ਼ਾ 'ਚ ਪੈਸਾ ਧੇਲਾ ਹੈ। ਔਰ ਪੈਸੇ ਧੇਲੇ ਨੂੰ ਨਾ ਕੰਟਰੋਲ ਕਰਨ ਵਾਲੇ ਵੀ 10-15 ਲੋਕ ਹੁੰਦੇ ਆ, ਜਿਨ੍ਹਾਂ ਨੂੰ ਅਸੀਂ ਸ਼ੈਡੋ ਫਿਗਰਸ ਵੀ ਕਹਿੰਦੇ ਹਾਂ। ਡੀਪ ਸਟੇਟ ਤੋਂ ਵੀ ਇਹ ਪਿੱਛੇ ਦੀ ਗੱਲ ਆ ਜਾਂਦੀ, ਸ਼ੈਡੋ ਫਿਗਰਸ ਉਸ ਤੋਂ ਵੀ ਅੱਗੇ ਬੈਠੇ ਨੇ। ਫੋਰ ਐਗਜ਼ਾਮਪਲ, ਸੋਰਸ ਦੀ ਬੜੀ ਗੱਲਬਾਤ ਹੋਈ ਸੀਗੀ। ਇੱਦਾਂ ਦੇ ਕਈ ਸੋਰਸ ਹੈਗੇ ਆ। these ਨਾਨ ਸਟੇਟ ਐਂਟੀਟੀਜ਼ ਜਿਹੜੀਆਂ ਹੁੰਦੀਆਂ, ਸਟੇਟ ਐਂਟੀਟੀ ਮਤਲਬ ਕੰਟਰੀਜ਼, ਜਿਹੜੀਆਂ ਨਾਨ ਸਟੇਟ ਐਂਟੀਟੀਜ਼ ਹੈ, ਜਿਹੜੇ ਨਾ ਕਿ ਅਮਰੀਕਨਸ ਦੇ ਸਕੇ ਹੈ, ਨਾ ਕੈਨੇਡੀਅਨਸ ਦੇ, ਨਾ ਇੰਡੀਅਨਸ ਦੇ, ਜਿਹੜੇ ਸਕੇ ਹੈ ਪੈਸੇ ਦੇ, ਜਿਨ੍ਹਾਂ ਨੇ ਵੈਲਥ ਕ੍ਰੀਏਟ ਕਰਨੀ ਹੈ। ਔਰ ਵੈਲਥ ਦੇ ਡੰਡੇ ਦੇ ਸਿਰ ਤੇ ਅਮਰੀਕਾ ਨੂੰ ਵੀ ਚਲਾਣਾ, ਕੈਨੇਡਾ ਨੂੰ ਵੀ ਚਲਾਣਾ। ਹੋ ਸਕਦਾ ਲੋਕ ਮੇਰੇ ਨਾਲ ਨਾ ਐਗਰੀ ਕਰਨ, ਬਟ ਇੱਕ ਬੜੀ ਹਾਰਸ਼ ਰਿਐਲਿਟੀ ਹੈ। ਉਹਨਾਂ ਨੇ ਪਾਕਿਸਤਾਨ ਨੂੰ ਵੀ ਚਲਾਣਾ ਹੈ, ਅਫਗਾਨਿਸਤਾਨ ਨੂੰ ਵੀ ਚਲਾਣਾ, ਪੂਰਾ ਵਰਲਡ ਕੰਟਰੋਲ ਕਰਨਾ ਹੈ। ਯੈਸ। ਹੁਣ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਓਕੇ, ਜਿੱਦਾਂ ਹੁਣ ਕਿਹੜੀ, ਜਿੱਦਾਂ ਨਵੀਂ ਗਾਵਾਂ ਨਹੀਂ ਹੁੰਦੀਆਂ ਦੁੱਧ ਜ਼ਿਆਦਾ ਦਿੰਦੀਆਂ, ਹੁਣ ਕਿਹੜੀ ਗਾਂ ਨੇ ਦੁੱਧ ਜ਼ਿਆਦਾ ਦੇਣਾ ਤੇ ਉਸ ਗਾਂ ਨੂੰ ਕਬਜ਼ਾ ਕਰ ਲੈਂਦੇ ਆ, ਤੇ ਜਿਹੜੀਆਂ ਬਾਕੀ ਗਾਵਾਂ ਹੁੰਦੀਆਂ ਉਹਨਾਂ ਨੂੰ ਥੋੜੀ ਟ੍ਰੀਟਮੈਂਟ ਥੋੜੀ, ਹੈ ਨਾ। ਮੈਂ ਐਗਜ਼ਾਮਪਲ ਬੜਾ ਇੱਕ ਰੂਰਲ ਜਿਹਾ ਯੂਜ਼ ਕਰ ਰਹੀ ਹਾਂ, ਬਟ ਦੈਨ ਆਈ ਮੀਨ ਦਿਸ ਇਜ਼ ਵੈਰੀ ਕੰਪਲੈਕਸ ਇਸ਼ੂ। ਇਹ ਇੰਨਾ ਆਸਾਨ ਨਹੀਂ ਕਿ ਮੈਂ ਇੱਥੇ ਬੈਠ ਕੇ ਸਮਝਾ ਦਾਂ ਜੀ ਆਹ ਹੋਇਆ, ਆਹ ਗਲਤ, ਆਹ ਸਹੀ। ਇਟਸ ਵੈਰੀ ਡਿਫਿਕਲਟ। ਲੇਕਿਨ ਸੱਚਾਈ ਨੂੰ ਤੁਸੀਂ ਜਿੰਨਾ ਮਰਜ਼ੀ ਦਬਾ ਲਓ, ਜੋ ਮਰਜ਼ੀ ਕਰ ਲਓ, ਜਿੰਨਾ ਮਰਜ਼ੀ ਰੋਕ ਲਓ, ਇੱਕ ਨਾ ਇੱਕ ਦਿਨ ਉਹਨੇ ਨਿਕਲ ਕੇ ਅੱਗੇ ਆਉਣਾ ਹੁੰਦਾ। ਲੇਕਿਨ ਤਦ ਤੱਕ ਸਾਰਾ ਕੁਝ ਠੰਡਾ ਪੈ ਚੁੱਕਾ ਹੁੰਦਾ। ਫੋਰ ਐਗਜ਼ਾਮਪਲ, ਅਸੀਂ ਫਾਂਸੀ ਦੇ ਦਿੱਤੀ ਸੀ ਇਰਾਕ ਦੇ ਸੱਦਾਮ ਹੁਸੈਨ ਨੂੰ। ਇਹ ਕਿਹਾ ਗਿਆ ਸੀ ਉੱਥੇ ਜੀ ਨਿਊਕਲੀਅਰ ਵੈਪਨਸ ਨੇ। ਫਿਰ ਉਹ ਸੱਚਾਈ ਸਾਹਮਣੇ ਆਈ, ਕੋਈ ਕੁਝ ਕਰ ਪਾਇਆ? ਨੋ। ਰੀਸੈਂਟਲੀ ਅਸੀਂ ਕੋਵਿਡ ਤੋਂ ਇੰਨਾ ਜ਼ਿਆਦਾ ਅਸੀਂ ਆਈ ਮੀਨ ਪੇਨ ਉਠਾਈ ਪੂਰੀ ਦੁਨੀਆ ਨੇ, ਕੀ ਅਸੀਂ ਕੁਝ ਕਰ ਪਾਏ? ਵੀ ਆਰ ਸੋ ਹੈਲਪਲੈਸ, ਜਨਰਲ ਪਬਲਿਕ। ਸੋ ਇਸ ਸਿਚੁਏਸ਼ਨ ਦੇ ਵਿੱਚ ਵੀ ਹੈਲਪਲੈਸ ਹੈ, ਕਿਉਂਕਿ ਜੋ ਬਹੁਤ ਤਗੜੇ ਨੇ ਉਹ ਬਹੁਤ ਤਗੜੇ ਨੇ, ਜੋ ਆਪਾਂ ਅਕਸਰ ਗੱਲ ਕਰਨੇ ਆ, ਇਨਵੇਡਰਸ ਐਂਡ ਟ੍ਰੇਡਰਸ, ਇਹੀ ਦੁਨੀਆ ਨੂੰ ਚਲਾਉਂਦੇ ਨੇ। ਔਰ ਟ੍ਰੇਡ ਪਿੱਛੇ ਰਹਿੰਦਾ ਹੈ, ਔਰ ਟ੍ਰੇਡ ਕਰਕੇ ਹੀ ਇਨਵੇਡਰਸ ਨੂੰ ਭੇਜਿਆ ਜਾਂਦਾ ਹੈ। ਮੈਂ ਹੁਣ ਇੱਥੇ ਟ੍ਰੇਡਿੰਗ ਦੀ ਤੁਸੀਂ ਗੱਲ ਕੀਤੀ, FTA ਦੀ ਗੱਲ ਸ਼ੁਰੂ ਹੋਈ 2 ਸਾਲਾਂ ਤੋਂ। ਹੁਣ ਇੰਡੀਆ ਨੇ FTA ਕਰਨਾ ਸੀਗਾ ਇੰਗਲੈਂਡ ਦੇ ਨਾਲ ਜੀ, ਠੀਕ ਹੈ ਜੀ, ਆਸਟ੍ਰੇਲੀਆ ਐਂਡ ਕੈਨੇਡਾ, ਥੀਸ ਵਰ ਦੀ 3 ਕੰਟਰੀਜ਼। ਜਦੋਂ ਸਾਡਾ ਪਹਿਲੇ FTA ਦਾ ਕੰਮ ਗੱਲਬਾਤ ਸ਼ੁਰੂ ਹੋਣ ਲੱਗੀ ਕੈਨੇਡਾ ਦੇ ਨਾਲ, ਸਮ ਪ੍ਰੋਬਲਮ ਵਾਸ ਕ੍ਰੀਏਟਡ ਵਿਦ ਰਿਗਾਰਡ ਟੂ ਰਸ਼ੀਆ। ਬੋਰਿਸ ਜੌਨਸਨ ਨੂੰ ਜਾਣਾ ਪਿਆ। ਫਿਰ ਉਹਨਾਂ ਦੀ ਇੱਕ ਲੇਡੀ ਪ੍ਰਾਈਮ ਮਿਨਿਸਟਰ ਆਉਂਦੀ ਹੈ, ਲੀਡਸ ਸਮਥਿੰਗ ਇੱਦਾਂ, ਉਹਨਾਂ ਨੂੰ ਵੀ ਇੱਦਾਂ ਹੀ ਕ੍ਰੀਏਟ ਕਰ ਦਿੱਤਾ। ਔਰ ਸਾਡਾ ਜਿਹੜਾ ਇੰਗਲੈਂਡ ਨਾਲ ਹੋਣਾ ਸੀਗਾ FTA ਨਹੀਂ ਹੋ ਪਾਇਆ, ਜੋ ਵੀ ਫ੍ਰੀ ਟ੍ਰੇਡ ਐਗਰੀਮੈਂਟ ਹੋਣਾ ਸੀਗਾ। ਦੈਨ ਕਮਸ ਰਿਸ਼ੀ ਸੁਨਕ ਦੀ ਜੇ ਤੁਸੀਂ ਲੈਂਗੁਏਜ ਦੇਖੋ G20 'ਚ, ਤਾਂ ਐਟ ਐਵਰੀ ਕਾਸਟ ਹੀ ਵਾਂਟਸ ਟੂ ਹੈਵ ਦਿਸ FTA। ਆਸਟ੍ਰੇਲੀਆ ਨਾਲ ਵੀ ਸਾਡੀ ਥੋੜ੍ਹੀ ਬਹੁਤੀ ਚੱਲ ਰਹੀ, ਕੈਨੇਡਾ ਨਾਲ ਵੀ ਸਾਡੀ ਹੋਣੀ ਸੀਗੀ, ਔਰ ਕਿਸੇ ਨੂੰ ਠੀਕ ਨਹੀਂ ਲੱਗ ਰਿਹਾ, ਠੀਕ ਹੈ। ਉਹਨਾਂ ਨੂੰ ਲੱਗਾ ਕਿ ਨਹੀਂ, ਮਤਲਬ ਜਿਹੜਾ ਫ੍ਰੀ FTA ਇੰਡੀਆ ਦੇ ਵਿੱਚ ਨਹੀਂ ਹੋਣਾ ਚਾਹੀਦਾ ਮਟੀਰੀਅਲਾਈਜ਼। ਔਰ ਫਿਰ ਕਈ ਮੀਡੀਆ ਹਾਊਸਿਸ ਗੱਲਾਂ ਕਰਦੇ ਹਨ ਕਿ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ ਬਾਇਲੈਟਰਲ ਟਾਕਸ ਕਰਨ ਦੀ ਕੋਸ਼ਿਸ਼ ਕੀਤੀ ਮੋਦੀ ਸਾਹਿਬ ਨਾਲ, ਉਹ ਇੰਨੀਆਂ ਇਨਫਾਰਮਲੀ ਹੋ ਨਹੀਂ ਪਾਈਆਂ। ਜਾਂ ਜਿੱਦਾਂ ਤੁਸੀਂ ਆਪਣੇ ਹੁਣੀ ਕਿਹਾ ਸੀਗਾ ਕਿ ਟਰੂਡੋ ਸਾਹਿਬ ਨੇ ਉਹਨਾਂ ਨੂੰ ਦਿੱਤੀਆਂ ਦਾ ਗੱਲਬਾਤ ਕੀਤੀ, ਲੇਕਿਨ ਇੰਡੀਅਨ ਐਮਬੈਸੀ ਵੀ ਇਹ ਕਹਿੰਦੀ ਹੈ ਕਿ ਅਸੀਂ ਵੀ ਇਹਨਾਂ ਨੂੰ ਲਿਸਟ ਦਿੱਤੀ ਸੀਗੀ, ਜਾਂ ਅਸੀਂ ਵੀ 24 ਵਾਰੀ ਅਸੀਂ ਆਪਣਾ ਦਿੱਤਾ ਸੀ, ਉਹਦਾ ਵੀ ਇਹਨਾਂ ਨੇ ਕੋਈ ਰਿਐਕਸ਼ਨ ਨਹੀਂ ਕੀਤਾ। ਐਕਚੁਅਲ 'ਚ ਜਿਹੜੀਆਂ ਕੰਟਰੀਜ਼ ਹੁੰਦੀਆਂ
ਉਹ ਵੀ ਲੱਗਦਾ ਹੁੰਦਾ ਹੈ ਕਿ ਇੰਡੀਪੈਂਡੈਂਟਲੀ ਆਪਣੀ ਫੋਰਨ ਪਾਲਿਸੀ ਨੂੰ ਪਰਸਿਊ ਕਰ ਰਹੀਆਂ ਹੁੰਦੀਆਂ, ਲੇਕਿਨ ਉਹਨਾਂ ਦੇ ਉੱਪਰ ਵੀ ਕੁਝ ਲੋਕ ਬੈਠੇ ਹੁੰਦੇ ਜਿਹੜੇ ਦਿਖਾਈ ਨਹੀਂ ਦਿੰਦੇ। This is something like New World Order. Is ਵੈਲ it New ਨਿਊ World ਵਰਲਡ ਆਰਡਰ ਤਾਂ ਨੈਚੁਰਲੀ ਸੈਟਅਪ ਹੋ ਹੀ ਰਿਹਾ, ਇਹ ਨਿਊ ਵਰਲਡ ਆਰਡਰ ਹੀ ਹੈ। ਕਦੀ ਵੈਸਟ ਮੁਲਕ ਨੂੰ ਕਦੀ ਤੁਸੀਂ ਟੈਰਰਿਸਟ ਹੱਬ ਕਹਿਣ ਦੀ ਕੋਸ਼ਿਸ਼ ਕਰ ਹੀ ਨਹੀਂ ਸਕਦੇ। ਜਿਹੜੇ ਈਸਟ ਨੂੰ ਕਹਿੰਦੇ ਆ ਕਿ ਵਾਈਟ ਮੈਨਸ ਬਰਡਨ ਹੈ, ਅੱਜ ਈਸਟ ਵਾਲਿਆਂ ਨੇ ਕਹਿਤਾ ਕਿ ਟੈਰਰਿਸਟ ਹੱਬ ਹੈ। ਇਜ਼ ਦਿਸ ਨਾਟ ਅ ਚੇਂਜਿੰਗ ਗਲੋਬਲ ਸਿਨੈਰੀਓ? ਚੇਂਜ ਕਾਰਨ ਇਹ ਹੈ ਕਿ ਡਿਪੈਂਡੈਂਸੀ ਬਹੁਤ ਹੈ। ਨੋ ਡਾਊਟ ਅਮਰੀਕਾ ਇਜ਼ ਅ ਸੁਪਰ ਪਾਵਰ। ਮੈਂ ਤਾਂ ਹਜੇ ਵੀ ਕਹਿੰਦੀ ਕਿ ਅਮਰੀਕਾ ਦੇ ਹੱਥ 'ਚ ਸਭ ਕੁਝ ਹੈ, ਔਰ ਕੀ ਪਤਾ ਮੇ ਬੀ ਵਿਦਿਨ ਅ ਡੇ ਔਰ ਹਫਤੇ ਤੋਂ ਬਾਅਦ। ਦੇਖੋ ਜਿੰਨੀਆਂ ਇਸ਼ੂਜ਼ ਤਾਂ ਬਹੁਤ ਜ਼ਿਆਦਾ, ਦੇਖੋ ਦੋਨਾਂ ਦੇ ਰਿਲੇਸ਼ਨਸ ਤਾਂ ਬਹੁਤ ਖਰਾਬ ਹੋ ਚੁੱਕੇ, ਨੋ ਡਾਊਟ, ਪਰ ਫਿਰ ਵੀ ਅਮਰੀਕਾ 'ਚ ਉਹ ਪਾਵਰ ਹੈ। ਅਮਰੀਕਾ ਇਜ਼ ਅ ਗਲੋਬਲ ਲੀਡਰ, ਠੀਕ ਹੈ। ਤੇ ਅਮਰੀਕਾ ਅਗਰ ਚਾਹੇ ਪੀਪਲ ਆਰ ਮਤਲਬ ਖਾਸ ਕਰ ਕੈਨੇਡੀਅਨਸ ਔਰ ਇੰਡੀਅਨਸ ਦੇ ਆਰ ਲੁਕਿੰਗ ਫਾਰਵਰਡ ਟੂ ਅਮਰੀਕਨਸ। ਇੱਕ ਹੋਪ ਹੋਈ ਹੈ ਕਿ ਹੁਣ ਜਿੱਦਾਂ ਰਸ਼ੀਆ ਦੀ ਪ੍ਰੋਬਲਮ ਚੱਲ ਰਹੀ ਹੈ, ਉਹਨਾਂ ਨੂੰ ਇੰਡੀਆ ਤੋਂ ਹੋਪ ਸੀਗਾ। ਨਾ ਦ ਸੇਮ ਗੇਮ ਇਜ਼ ਦੇਅਰ। ਕੈਨੇਡਾ ਐਂਡ ਇੰਡੀਅਨਸ, ਕਿਸੇ ਨੇ ਸੋਚਿਆ ਵੀ ਨਹੀਂ ਸੀ G20 ਹੋਇਆ, ਇੰਨੀ ਵੱਡੀ ਪ੍ਰੋਬਲਮ ਹੋ ਜਾਏਗੀ। ਇਹ ਜਿਹੜੀ ਪ੍ਰੋਬਲਮ ਹੈ, ਇਹ ਜਿਹੜਾ ਰਸ਼ੀਆ ਔਰ ਯੂਕਰੇਨ ਦਾ ਵਾਰ ਚੱਲ ਰਿਹਾ, ਉਹ ਤੋਂ ਘੱਟ ਨਹੀਂ ਹੈ। ਇਹਦੇ ਰੈਪਰਕਸ਼ਨਸ ਬਹੁਤ ਹੋਣੇ। ਸੋ ਆਮ ਪਬਲਿਕ ਦੇ ਉੱਤੇ ਇਹਦਾ ਅਸਰ ਹੁਣ ਆਪਾਂ ਇੱਥੇ ਆਈਏ, ਕਿਉਂਕਿ ਯੈਸ ਭੁਗਤਣਾ ਤੇ ਆਮ ਪਬਲਿਕ ਨਹੀਂ ਹੈ। ਯੈਸ, ਕਿਤੇ ਵੀ ਕੁਝ ਵੀ ਹੋਵੇ। ਦੇਖੋ ਲੀਡਰਸ ਨੂੰ ਚਾਹੀਦਾ ਹੈ ਕਿ ਇੱਕ ਸੋਹਣੀ ਦੁਨੀਆ ਵਸਾਏ। ਅਸੀਂ এনवायरमेंट ਤਾਂ ਖਰਾਬ ਕਰ ਹੀ ਦਿੱਤਾ, ਹੁਣ ਅਸੀਂ ਯੂਥ ਦਾ ਦਿਲ ਤਾਂ ਨਾ ਤੋੜੀਏ। ਹੁਣ ਇੰਡੀਅਨ ਜਿਹੜਾ ਯੂਥ ਹੈ, ਜੇ ਮੈਂ ਇਕੱਲੀ ਪੰਜਾਬ ਦੀ ਗੱਲ ਕਰਾਂ, ਬਹੁਤ ਐਸਪੀਰੇਸ਼ਨਸ ਹੈ ਕੈਨੇਡਾ ਜਾਣ ਦੀਆਂ, ਠੀਕ ਹੈ। ਬਹੁਤ ਮਾਂ ਪਿਓ ਨੇ 50-50 ਲੱਖ ਰੁਪਏ ਪਰ ਸਟੂਡੈਂਟ 'ਤੇ ਲੱਗ ਜਾਂਦਾ। ਮੇਰੀ ਆਪਣੀ ਬੇਟੀ ਉੱਥੇ। ਹੁਣ ਉਹ ਜਿਹੜੇ ਦਿਲ ਟੁੱਟੇ ਨੇ, ਉਹ ਜਿਹੜੀਆਂ ਸੱਟਾਂ ਲੱਗੀਆਂ ਨੇ, ਦੇਖੋ ਇੱਦਾਂ ਹੈ ਕਿ ਜਿਹੜਾ ਕੈਨੇਡਾ 'ਚ ਰਹਿਣ ਵਾਲਾ ਬੰਦਾ, ਉਹਦੇ ਲਈ ਬਹੁਤ ਆਸਾਨ ਹੈ ਕੈਨੇਡਾ ਦੇ ਨਾਲ ਖੜੇ ਹੋਣ ਲਈ। ਇੱਦਾਂ ਹੀ ਇੰਡੀਆ 'ਚ, ਜੇ ਮੈਂ ਇੱਥੇ ਇੰਡੀਆ 'ਚ ਰਹਿਣ ਵਾਲੀ ਹਾਂ, ਮੇਰੇ ਲਈ ਬਹੁਤ ਆਸਾਨ ਹੈ ਇੰਡੀਆ ਦੇ ਨਾਲ ਖੜੇ ਹੋਣ ਲਈ, ਚਾਹੇ ਗਲਤ ਹੈ ਚਾਹੇ ਸਹੀ ਹੈ, ਬੋਥ ਦੀ ਸਾਈਡ। ਲੇਕਿਨ ਜਿਹੜਾ ਡਾਇਸਪੋਰਾ ਹੁੰਦਾ ਨਾ, ਡਾਇਸਪੋਰਾ ਲਈ ਬੜਾ ਟੈਸਟਿੰਗ ਟਾਈਮ ਹੈ। ਮਤਲਬ ਇੰਡੀਆ ਜਿਹੜਾ ਉੱਥੇ ਪੰਜਾਬੀ ਬਰਾਦਰੀ ਬੈਠੀ ਹੋਈ ਹੈ, ਇੰਡੀਆ ਜੇ ਉਹਨਾਂ ਦੀ ਜਨਨੀ ਹੈ, ਤੇ ਉੱਥੋਂ ਉਹ ਆਪਣੀ ਲਾਈਫ ਬਣਾ ਰਹੇ। ਉਹ ਕੈਨੇਡਾ ਨਾਲ ਦੇ ਖਿਲਾਫ ਵੀ ਨਹੀਂ ਜਾ ਸਕਦੇ, ਇੰਡੀਆ ਦੇ ਖਿਲਾਫ ਵੀ ਨਹੀਂ ਜਾ ਸਕਦੇ। ਦੇ ਆਰ ਇਨ ਡੀਪ ਪੇਨ। ਆਈ ਥਿੰਕ ਡਾਇਸਪੋਰਾ ਦੀ ਸਾਈਕੋਲੋਜੀ ਤੁਸੀਂ ਸਮਝੋ ਕਿ ਜੋ ਡਾਇਸਪੋਰਾ ਨੂੰ ਨਾ ਤਾਂ ਇੰਡੀਆ ਨੂੰ ਮਾੜਾ ਕਹਿ ਸਕਦਾ, ਨਾ ਕੈਨੇਡੀਅਨਸ ਨੂੰ ਮਾੜਾ ਕਹਿ ਸਕਦਾ। ਦੇ ਕੈਨ ਨਾਟ। ਤੇ ਵਰਲਡ ਲੀਡਰਸ, ਮੇਰੀ ਗੁਜ਼ਾਰਿਸ਼ ਹੈ ਕੈਨੇਡੀਅਨ ਲੀਡਰਸ ਨੂੰ ਜਾਂ ਵਰਲਡ ਲੀਡਰਸ ਨੂੰ, ਪਲੀਜ਼ ਤੁਸੀਂ ਡਾਇਸਪੋਰਾ ਦਾ ਵੀ ਸੋਚੋ, ਆਮ ਪਬਲਿਕ ਦਾ ਸੋਚੋ, ਆਮ ਸਟੂਡੈਂਟ ਦਾ ਦੇਖੋ, ਯੂਥ ਦਾ ਸੋਚੋ। ਤੁਹਾਡੇ ਲਈ ਤਾਂ ਇੱਕ ਲਾਈਫ ਮੈਟਰ ਕਰਦੀ ਹੈ। ਮੈਂ ਇੱਥੇ ਇੱਕ ਗੱਲ ਕਹਿਣਾ ਚਾਹੂੰਗੀ, ਮੈਂ ਇੱਥੇ ਕੈਨੇਡਾ ਦੇ ਪੱਖ 'ਚ ਇੱਕ ਗੱਲ ਕਹਿਣਾ ਚਾਹੂੰਗੀ। ਮੈਂ ਇੰਡੀਅਨ ਹਾਂ, ਆਈ ਲਵ ਮਾਈ ਮਦਰਲੈਂਡ ਮੋਰ ਆਫ ਕੋਰਸ, ਬਟ ਮੇਰਾ ਬੱਚਾ ਉੱਥੇ ਪੜ੍ਹ ਰਿਹਾ ਅਤੇ ਮੈਂ ਵੀ ਬਹੁਤ ਘਬਰਾ ਗਈ ਸੀਗੀ। ਮੈਂ ਵੀ ਆਪਣੇ ਬੱਚੇ ਨੂੰ ਕੰਟੈਕਟ ਕੀਤਾ। ਮੇਰੇ ਬੱਚੇ ਨੇ ਮੈਨੂੰ ਇੱਕ ਸਕਰੀਨਸ਼ਾਟ ਭੇਜਿਆ। ਇੱਕ ਬੱਚੇ ਨੂੰ ਉਹਨਾਂ ਨੇ ਈਮੇਲ ਕੀਤੀ ਹੈ ਕੈਨੇਡੀਅਨ ਗਵਰਨਮੈਂਟ। ਮੇਰੀ ਬਿਟੀਆ ਇਜ਼ ਇਨ ਬ੍ਰਿਟਿਸ਼ ਕੋਲੰਬੀਆ, ਜਿਹਦੇ 'ਚ ਉਹਨਾਂ ਨੇ ਲਿਖਿਆ ਕਿ ਦੇਖੋ ਆਹ ਪ੍ਰੋਬਲਮ ਹੋ ਗਈ ਹੈ, ਸੱਚ ਟੈਂਸ਼ਨਸ ਆਰ ਗੋਇੰਗ ਔਨ, ਲੇਕਿਨ ਤੁਹਾਨੂੰ ਕਿਸੇ ਕਿਸਮ ਦੀ ਕੋਈ ਪ੍ਰੋਬਲਮ 'ਚ ਆਉਣ ਦੀ ਲੋੜ ਨਹੀਂ, ਕੋਈ ਟੈਨਸ਼ਨ 'ਚ ਲੈਣ ਦੀ ਲੋੜ ਨਹੀਂ। ਤੁਸੀਂ ਆਪਣੀ ਸਟੱਡੀਜ਼ ਆਰਾਮ ਨਾਲ ਕਰੋ। ਜੇ ਤੁਹਾਨੂੰ ਕੋਈ ਥ੍ਰੈਟ ਆ ਰਿਹਾ ਜਾਂ ਕੋਈ ਪ੍ਰੋਬਲਮ ਹੈ, ਸਾਡੇ ਕਾਉਂਸਲਿੰਗ ਸੈੱਲ ਹੈਗੇ ਹੈ, ਯੂ ਪਲੀਜ਼ ਬੀ ਐਟ ਈਜ਼, ਔਰ ਤੁਸੀਂ ਆਪਣੀ ਪੜ੍ਹਾਈ ਵੱਲ ਧਿਆਨ ਦਿਓ। ਔਰ ਇੱਥੇ ਅਕਾਲੀ ਦਲ ਜਾਂ ਕਾਂਗਰਸ ਦੇ ਕਿਸੇ ਲੀਡਰ ਨੇ ਪ੍ਰਾਈਮ ਮਿਨਿਸਟਰ ਮੋਦੀ ਨਾਲ ਵੀ ਗੱਲ ਕੀਤੀ ਸਟੂਡੈਂਟਸ ਦੇ ਬਾਰੇ। ਆਈ ਡੋਂਟ ਨੋ ਦੀ ਨੇਮ ਆਫ ਅ ਲੀਡਰ, ਆਈ ਡੋਂਟ ਰਿਮੈਂਬਰ। ਤੇ ਮੋਦੀ ਸਾਹਿਬ ਨੇ ਵੀ ਉਹਨਾਂ ਨੂੰ ਆਸ਼ਵਾਸਨ ਦਿੱਤਾ ਹੈ ਕਿ ਵੀ ਆਰ ਟੇਕਿੰਗ ਇਨ ਟੂ ਦਿਸ ਅਕਾਊਂਟ। ਤੇ ਮੇਰੀ ਪ੍ਰਾਰਥਨਾ ਇਹ ਹੈ ਕਿ ਦੇਖੋ ਇਹ ਪੋਲੀਟਿਕਸ ਤਾਂ ਨੈਵਰ ਐਂਡਿੰਗ ਗੇਮ ਹੈ, ਚੱਲਦੀ ਰਹਿਣੀ ਹੈ, ਬਟ ਅਸੀਂ ਆਪਣੇ ਯੂਥ ਨੂੰ ਖਰਾਬ ਨਾ ਕਰੀਏ, ਅਸੀਂ ਆਪਣੇ ਸਟੂਡੈਂਟਸ ਨੂੰ ਖਰਾਬ ਨਾ ਕਰੀਏ। ਔਰ ਉਹਨਾਂ ਦੇ ਮਾਪਿਓ ਦਾ ਬਹੁਤ ਇਨਵੈਸਟਮੈਂਟ, ਬਹੁਤ ਪੈਸਾ ਲਾਇਆ ਹੋਇਆ ਹੈ। ਲੈਟਸ ਕ੍ਰੀਏਟ ਅ ਸਿਚੁਏਸ਼ਨ ਵਿਚ ਇਜ਼ ਵਿਨ ਵਿਨ ਫॉर एवरीबॉडी। ਸੋ ਥੈਂਕ ਯੂ ਸੋ ਮਚ ਫॉर ਦਿਸ ਵੰਡਰਫੁਲ ਟਾਕ, ਔਰ ਆਈ ਹੋਪ ਕਿ ਅਸੀਂ ਸਾਰੇ ਹੀ ਐਨਲਾਈਟਨ ਹੋਏ ਹਾਂ ਜੋ ਫੈਕਟਸ ਤੁਸੀਂ ਸਾਡੇ ਨਾਲ ਸ਼ੇਅਰ ਕੀਤੇ ਨੇ। ਥੈਂਕ ਯੂ ਸੋ ਮਚ। ਥੈਂਕ ਯੂ ਜੀ, ਥੈਂਕ ਯੂ।
ਸੋ ਅਸੀਂ ਆਪਣੇ ਦਰਸ਼ਕਾਂ ਨੂੰ ਗੁਜ਼ਾਰਿਸ਼ ਕਰਾਂਗੇ ਕਿ ਤੁਸੀਂ ਵੀ ਆਪਣੇ ਆਈਡੀਆਜ਼, ਆਪਣੇ ਵਿਊਜ਼ ਸਾਡੇ ਨਾਲ ਜ਼ਰੂਰ ਸ਼ੇਅਰ ਕਰੋ, ਇਨਬਾਕਸ ਕਰੋ। ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।